ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡਾ ਸਵਾਗਤ ਹੈ ਮੁੜ ਕੇ ਸਿਫਰਨਾਮਾ ਲੜੀ ਦੇ ਵਿੱਚ। ਸਿਫਰਨਾਮਾ ਜਿਸ ਦਾ ਸਿਰਲੇਖ ਗੁਲਾਬੀ ਤਾਰੇ। ਤੁਸੀਂ ਸੁਣ ਰਹੇ ਹੋ ਸਿਫਰ ਨਵੀਸ ਨੂੰ। ਅੱਜ 13ਵਾਂ ਐਪੀਸੋਡ, 13ਵਾਂ ਹਿੱਸਾ ਕਿਤਾਬ ਦਾ ਗੁਲਾਬੀ ਤਾਰੇ ਲੜੀ, ਜਿਹੜੀ ਕਿ ਅੰਮ੍ਰਿਤ ਭਾਵਨਾਵਾਂ ਦੀ ਅਫਵਾਹ ਤੋਂ ਅੱਗੇ ਤੁਰਦੀ ਹੋਈ, ਅਫਵਾਹਾਂ ਤੋਂ ਹਕੀਕਤ ਵਿੱਚ ਬਦਲਦੀ ਹੋਈ ਇੱਕ ਵੱਡੇ ਸਕੇਪ ਦੇ ਵਿੱਚ ਸਾਹਮਣੇ ਆਈ। ਸੰਘਰਸ਼ ਦਾ ਰੂਪ ਹੈ, ਦ੍ਰਿਸ਼ ਹੈ, ਹਾਲਾਤ ਨੇ, ਹਾਲਾਤ ਤੋਂ ਅੱਗੇ ਘਟਨਾਵਾਂ ਨੇ। ਘਟਨਾਵਾਂ ਇੱਥੋਂ ਤੱਕ ਪਹੁੰਚ ਗਈਆਂ ਨੇ ਕਿ ਸਰਦਾਰ ਗੁਰਚਰਨ ਸਿੰਘ ਦਾ ਕਤਲ ਹੋ ਚੁੱਕਾ। ਦਾਨੇ ਮਿਲਖੇ ਵਿੱਚ ਉਹਨਾਂ ਦੀ ਮ੍ਰਿਤਕ ਦੇਹ ਪਈ ਹੈ। ਪਾਲੀ ਦਿੱਲੀ ਤੋਂ ਪੰਜਾਬ ਆ ਰਿਹਾ। ਪੰਜਾਬ ਆ ਰਿਹਾ ਹੈ ਕਿਸ ਵਾਸਤੇ, ਕਿਸ ਵਾਸਤੇ ਨਹੀਂ, ਇਹ ਹਰ ਇੱਕ ਦੇ ਆਪੋ ਆਪਣੇ ਕਿਆਫੇ ਹੈ। ਰਾਣੀ ਗੁਲਨਾਜ਼ ਕੌਰ ਦੇ ਲਈ ਉਹ ਇੱਕ ਮੌਤ ਦਾ ਪੈਗਾਮ ਆ ਰਿਹਾ। ਦਮਨਜੀਤ ਸਿੰਘ ਲਈ ਆਪਣੀ ਸਾਰੀ ਰਾਜਨੀਤਿਕ ਹਸਤੀ ਦਾ ਅੰਤ ਸਮਝ ਕੇ ਆ ਰਿਹਾ। ਧਰਮੇ ਵਾਸਤੇ ਇੱਕ ਛੋਟਾ, ਇੱਕ ਅਦਨਾ, ਇੱਕ ਬੇਸਹਾਰਾ ਅਨਾਥ ਹੋ ਚੁੱਕਾ ਪੁੱਤਰ ਆ ਰਿਹਾ। ਮਾਇਨੇ ਨੇ ਕੋਈ ਕਿਵੇਂ ਮਰਜ਼ੀ ਮੰਨ ਲਵੇ, ਪਰ ਇਹਨਾਂ ਮਾਇਨਿਆਂ ਦੇ ਨਾਲ ਨਾਲ ਹਕੀਕਤਾਂ ਨਹੀਂ ਬਦਲਦੀਆਂ। ਹਕੀਕਤਾਂ ਅੱਖਾਂ ਸਾਹਮਣੇ ਨੇ। ਦਾਨੇ ਮਿਲਖੇ ਦਾ ਉਹੀ ਮਕਾਨ ਜਿਹੜਾ ਕਿ ਕਦੀ ਛੱਡ ਕੇ ਗਏ ਸੀ ਕਿ ਹਾਂ ਅਸੀਂ ਵਾਪਸ ਆਵਾਂਗੇ, ਅੱਜ ਉੱਥੇ ਗੁਰਚਰਨ ਸਿੰਘ ਦੀ ਲਾਸ਼ ਪਈ ਹੈ। ਇਹ ਜੋ ਯਾਦਗਾਰ ਜਿਹੀ ਲੱਗਦੀ ਹੈ, ਇਹ ਜੋ ਯਾਦਗਾਰ ਜਿਹੀ ਲੱਗਦੀ ਹੈ, ਇਹਨੂੰ ਯਾਦ ਕਰਨ ਵੀ ਬਹਿੰਦਾ ਸੀ ਕੌਣ? ਇਹਨਾਂ ਖੰਡਰਾਂ ਦੀ ਕੰਦਰਾਵਾਂ ਵਿੱਚ ਰਹਿੰਦਾ ਸੀ ਕੌਣ? ਮਾਯੂਸੀ ਵੀਰਾਨੇ ਵਿੱਚ ਝਲਕਦੀ ਸੀ ਸਾਫ਼, ਅੱਜ ਤੱਕ ਜਿਵੇਂ ਮੰਗ ਰਹੀ ਸੀ ਇਨਸਾਫ। ਦਰਦ ਸਹੇੜੇ ਅਫਸਾਨਿਆਂ ਨੂੰ ਕਹਿੰਦਾ ਸੀ ਕੌਣ? ਇਹਨਾਂ ਖੰਡਰਾਂ ਦੀ ਕੰਦਰਾਵਾਂ ਵਿੱਚ ਰਹਿੰਦਾ ਸੀ ਕੌਣ? ਤੁਸੀਂ ਹੈਰਾਨ ਹੋ ਇਸ ਨਜ਼ਾਰੇ ਨੂੰ ਵੇਖ ਕੇ, ਤੁਸੀਂ ਹੈਰਾਨ ਹੋ ਇਸ ਨਜ਼ਾਰੇ ਨੂੰ ਵੇਖ ਕੇ, ਕਹਿ ਸੁਣ ਨਹੀਂ ਸਕਦੇ ਵਿਚਾਰੇ ਨੂੰ ਵੇਖ ਕੇ। ਉਦੋਂ ਮਾੜੀ ਨਿਗਾਹਾਂ ਨਾਲ ਇਹਨੂੰ ਵੇਖਦਾ ਸੀ ਕੌਣ? ਇਹਨਾਂ ਖੰਡਰਾਂ ਦੀ ਕੰਦਰਾਵਾਂ ਵਿੱਚ ਰਹਿੰਦਾ ਸੀ ਕੌਣ? ਗੱਲ ਜ਼ਾਹਰ ਹੋਈ ਕਲਮ ਤੋਂ ਕਿ ਕਾਤਬ ਸੀ ਜ਼ਰੂਰ, ਗੱਲ ਜ਼ਾਹਰ ਹੋਈ ਕਲਮ ਤੋਂ ਕਿ ਕਾਤਬ ਸੀ ਜ਼ਰੂਰ, ਦੁਨੀਆ ਦੇ ਗਮਾਂ ਦੇ ਨਾਲ ਮੁਖਾਤਬ ਸੀ ਜ਼ਰੂਰ। ਇਸ ਮੁਸ਼ਕਿਲ ਹਵਾ 'ਚ ਸਾਹ ਲੈਂਦਾ ਸੀ ਕੌਣ? ਇਹਨਾਂ ਖੰਡਰਾਂ ਦੀ ਕੰਦਰਾਵਾਂ ਵਿੱਚ ਰਹਿੰਦਾ ਸੀ ਕੌਣ? ਜ਼ਰਾ ਜ਼ਰਾ ਅੱਜ ਬੇਸ਼ੱਕ ਬਰਬਾਦ ਹੋ ਚੁੱਕਾ ਸੀ, ਇੱਕ ਅਨਪੜ੍ਹ ਵੀ ਹੁਣ ਉਸਤਾਦ ਹੋ ਚੁੱਕਾ ਸੀ। ਨਾਲ ਸਿਫਰ ਦੇ ਉਦੋਂ ਵਾਰ-ਵਾਰ ਖਹਿੰਦਾ ਸੀ ਕੌਣ? ਇਹਨਾਂ ਖੰਡਰਾਂ ਦੀ ਕੰਦਰਾਵਾਂ ਵਿੱਚ ਰਹਿੰਦਾ ਸੀ ਕੌਣ? ਕੋਈ ਦੱਸੇ ਇਸ ਮਹਿਫਲ ਦਾ ਸ਼ਾਇਰ ਸੀ ਕੌਣ? ਇਹਨਾਂ ਜ਼ਰਦ ਹੋਏ ਵਰਕਿਆਂ ਵਿੱਚ ਦਾਇਰ ਸੀ ਕੌਣ? ਇਸ ਸਲਤਨਤ ਦੇ ਮੱਧ ਵਿੱਚ ਸਭ ਸਹਿੰਦਾ ਸੀ ਕੌਣ? ਇਹਨਾਂ ਖੰਡਰਾਵਾਂ ਦੀ ਕੰਦਰਾਵਾਂ ਵਿੱਚ, ਇਹਨਾਂ ਖੰਡਰਾਂ ਦੀ ਕੰਦਰਾਵਾਂ ਵਿੱਚ ਰਹਿੰਦਾ ਸੀ ਕੌਣ? ਦਾਨੇ ਮਿਲਖੇ ਦੀ ਉਹੀ ਬੰਬੀ ਜਿੱਥੇ ਗੁਰਚਰਨ ਸਿੰਘ ਦੀ ਲੋਥ ਨੂੰ ਰੱਖਿਆ ਹੋਇਆ ਸੀ। ਕਮਿਸ਼ਨਰ ਪਰੇਸ਼ਾਨੀਆਂ ਵਿੱਚ ਘੁੰਮ ਰਹੇ ਸੀ। ਮਾਹੌਲ ਸਖਤ ਤੇ ਮੁਸ਼ਕਿਲਾਂ ਭਰਿਆ ਸੀ। ਪਾਲੀ ਪਿੰਡ ਪਹੁੰਚ ਚੁੱਕਾ ਸੀ। ਪਤਾ ਲੱਗਾ ਕਿ ਗੁਰਚਰਨ ਸਿੰਘ ਦੀ ਲਾਸ਼ ਦਾ ਅੰਤਿਮ ਸੰਸਕਾਰ ਇੱਥੋਂ ਦੀ ਪੰਚਾਇਤ ਵੱਲੋਂ ਇਨਕਾਰਿਆ ਜਾ ਚੁੱਕਾ ਹੈ। ਉਤਰਦਿਆਂ ਨੂੰ ਉਹਨੂੰ ਧਰਮਾ ਤਾਇਆ ਨਜ਼ਰੀ ਆਣ ਪਿਆ। ਇੱਕ ਗੂੜੀ ਨਜ਼ਰ ਨਾਲ ਉੱਥੇ ਮੌਜੂਦ 40 ਕੁ ਲੋਕਾਂ ਨੂੰ ਵੇਖਦਾ ਹੋਇਆ ਅੱਗੇ ਪਈ ਲੋਥ ਦੇ ਚਿਹਰੇ ਨੂੰ ਵੇਖਦਾ ਹੈ ਤੇ ਗੋਡੇ ਟੇਕ ਕੇ ਹੱਥ ਜੋੜਦਾ ਹੈ। ਪਾਲੀ ਪੁੱਛਦਾ ਹੈ, ਹਾਲੇ ਤੱਕ ਸੰਸਕਾਰ ਕਿਉਂ ਨਹੀਂ ਕੀਤਾ ਗਿਆ? ਧਰਮਾ ਉਹਨੂੰ ਕੜਾਵੇ ਵਿੱਚ ਲੈਂਦਾ ਹੋਇਆ ਕਹਿਣ ਲੱਗਾ, ਪੁੱਤਰ ਤੈਨੂੰ ਹੀ ਉਡੀਕਦੇ ਪਏ ਸਾਂ, ਬੋਲਾਂਪੁਰ ਲੈ ਕੇ ਜਾਣਾ ਹੈ। ਇਹਨਾਂ ਬੇਗੈਰਤਾਂ ਵਿੱਚ ਨਹੀਂ ਇਹਨੂੰ ਰਹਿਣ ਦੇਣਾ ਹੁਣ। ਪਾਲੀ ਵਜਦ ਵਿੱਚ ਆਉਂਦਾ ਹੈ, ਆਲੇ ਦੁਆਲੇ ਵੇਖਦਾ ਹੈ, ਆਵਾਜ਼ ਦਿੰਦਾ ਹੈ, ਮੱਲੀ, ਓ ਮੱਲੀ। ਮੱਲੀ ਹਰਮੇਲ ਸਿੰਘ ਇਸ ਦਾਨੇ ਮਿਲਖੇ ਦਾ
ਖਾਸ ਮਿੱਤਰ ਗੁਆਂਢੀ ਹੁੰਦਾ ਸੀ। ਉਹਨੂੰ ਆਵਾਜ਼ ਦਿੱਤੀ ਉਹਨੇ, ਉਹ ਮੁੰਡਾ ਅੱਗੇ ਆਉਂਦਾ ਹੈ। ਹੈਰਾਨ ਸੀ ਕਿ ਪਾਲੀ ਨੇ ਉਹਨੂੰ ਪਹਿਚਾਣ ਕਿਵੇਂ ਲਿਆ। ਪਾਲੀ ਆਪਣੇ ਖੁੰਡੇ ਸਹਾਰੇ ਖੜਾ ਹੁੰਦਾ ਹੈ, ਫਿਰ ਉਹਦੇ ਵੱਲ ਵੇਖਦਾ ਹੋਇਆ ਬਾਕੀ ਸਾਰਿਆਂ ਨੂੰ ਸੰਬੋਧਿਤ ਹੋਇਆ। ਮੈਨੂੰ ਤੁਹਾਡੇ ਸੁਭਾਵਾਂ ਤੇ ਤੁਹਾਡੀਆਂ ਹੱਦਾਂ ਚੰਗੀ ਤਰ੍ਹਾਂ ਪਤਾ ਨੇ, ਪਰ ਯਾਦ ਰੱਖਿਓ, ਜਦੋਂ ਤੁਹਾਨੂੰ ਤੁਹਾਡੇ ਵਰਗਾ ਹੀ ਕਿਤੇ ਟੱਕਰ ਗਿਆ, ਆਪਣੀ ਜਾਤ ਔਕਾਤ ਸਭ ਕੁਝ ਛੱਡ ਕੇ ਭੱਜਦੇ ਫਿਰੋਗੇ। ਮੈਨੂੰ ਇੱਕ ਕਹੀ, ਪਾਣੀ ਦਾ ਘੜਾ, ਇੱਕ ਕਲਮ ਤੇ ਤਖਤੀ ਦਾ ਪ੍ਰਬੰਧ ਕਰ ਦਿਓ, ਤੇ ਇੱਕ ਘਣ ਵੱਡਾ ਹਥੌੜਾ। ਬਾਕੀ ਲੋਥ ਨੂੰ ਲੈ ਕੇ ਮੇਰੇ ਪਿੱਛੇ ਆਓ। ਇਹ ਕਹਿ ਕੇ ਪਾਲੀ ਅੱਗੇ ਅੱਗੇ ਚੱਲਣ ਲੱਗ ਪਿਆ। ਉਹੀ ਫਿਰਨੀ ਦਾ ਰਸਤਾ ਜਿੱਥੇ ਇੰਦਾ ਤੇ ਪ੍ਰੀਤੀ ਨਿੱਕੇ ਨਿੱਕੇ ਹੱਥਾਂ ਨਾਲ ਪਾਲੀ ਵੀਰੇ ਦੀ ਉਂਗਲੀ ਫੜ ਕੇ ਭੋਲੀਆਂ ਭੋਲੀਆਂ ਗੱਲਾਂ ਕਰਦੇ ਤੁਰਦੇ ਜਾਂਦੇ ਸੀ। ਅੱਜ ਸੁਰਜੀਤ ਸਿੰਘ, ਧਰਮਾ, ਤਰਨਜੀਤ, ਅਮਨਪ੍ਰੀਤ ਮ੍ਰਿਤਕ ਦੇਹ ਨੂੰ ਉਹਦੇ ਪਿੱਛੇ ਲੈ ਕੇ ਆ ਰਹੇ ਸੀ। ਫਿਰਨੀ ਤੋਂ ਵੱਡਾ ਪਿੱਪਲ ਵਾਲਾ ਮੋੜ ਤੇ ਅੰਦਰ ਜਾ ਕੇ ਉਹੀ ਆਪਣਾ ਘਰ। ਬੂਹੇ ਨੂੰ ਜਿੰਦਰਾ ਵੱਜਿਆ ਸੀ, ਪਰ ਪਾਲੀ ਨੇ ਆਪਣੀ ਖੁੰਡੀ ਦੇ ਜਦੋਂ ਲੋਹੇ ਦੇ ਕੁੰਡੇ ਨਾਲ ਜੰਦਰੇ ਦਾ ਕੜ ਫਸਾ ਕੇ ਆਪਣੇ ਦੋਵੇਂ ਪੈਰ ਟਿਕਾ ਕੇ ਖਿੱਚਿਆ ਤਾਂ ਧਰਮਾ ਤੇ ਸੁਰਜੀਤ ਦੋਵੇਂ ਹੀ ਅੰਦਰਲਾ ਟਿਕਾ ਕਾਬੂ ਰੱਖਣ ਤੋਂ ਔਖੇ ਹੋ ਗਏ। ਕਮਿਸ਼ਨਰ ਨੇ ਕਿਹਾ ਕਿ ਉਹ ਖੋਲ੍ਹ ਦਿੰਦਾ ਹੈ ਤਾਲੇ ਨੂੰ, ਪਰ ਪਾਲੀ ਨੇ ਘੂਰ ਕੇ ਵੇਖਿਆ ਤਾਂ ਕਮਿਸ਼ਨਰ ਚੁੱਪ ਹੋ ਗਿਆ। ਅਗਲੇ ਹੀ ਪਲ ਦੂਜੇ ਝਟਕੇ ਨਾਲ ਤਾਲਾ ਅਲੱਹਿਦਾ ਸੀ। ਨਿੰਮ ਵਾਲਾ ਵਿਹੜਾ, ਗੋਡੇ ਗੋਡੇ ਘਾਹ ਚੜ੍ਹਿਆ ਪਿਆ। ਪਾਲੀ ਕਹੀ ਫੜਦਾ ਹੈ, ਨਿੰਮ ਹੇਠਲਾ ਪਹਿਲਾ ਟੱਕ ਲੱਗਦਾ ਹੈ, ਦੂਜਾ ਲੱਗਦਾ ਹੈ। ਸਾਰਿਆਂ ਨੂੰ ਖੜੇ ਹੋਣ ਦੀ ਮਜਬੂਰੀ ਸੀ। 1.5 ਘੰਟੇ ਤੱਕ 3.5 ਫੁੱਟ ਡੂੰਘੀ ਤੇ 7 ਫੁੱਟ ਲੰਬੀ ਖੁਦਾਈ ਹੋ ਚੁੱਕੀ ਸੀ। ਘੜੇ ਦਾ ਪਾਣੀ ਲੈ ਕੇ 5 ਚੁਲੇ ਉਸ ਕਬਰ ਵਿੱਚ ਸੁੱਟਣ ਦੇ ਨਾਲ ਜਪਜੀ ਸਾਹਿਬ ਦਾ ਪਾਠ ਸ਼ੁਰੂ ਹੋ ਜਾਂਦਾ ਹੈ। ਆਥਣ ਦਾ ਵੇਲਾ, ਪਿੰਡ ਦੇ ਲੋਕ ਕਹਿਣ ਲੱਗੇ, ਇਹ ਬੇਅਦਬੀ ਕਿੰਨੀ ਭਾਰੀ ਕਰਦਾ ਪਿਆ ਹੈ। ਸ਼ਲੋਕ ਤੱਕ ਅੱਪੜਨ ਵੇਲੇ ਸਾਰੇ ਸਾਹ ਸੂਤ ਕੇ ਬਹਿ ਗਏ। ਗੁਰਦੁਆਰੇ ਦਾ ਇੰਚਾਰਜੀ ਸ਼ਲੋਕ ਖਤਮ ਹੋਣ ਦੇ ਨਾਲ ਹੀ ਕਹਿਣ ਲੱਗਾ, ਪੁੱਤਰ ਆਹ ਕੀ ਕਰਦਾ ਪਿਆ ਤੂੰ? ਕੀ ਤੈਨੂੰ ਸੰਸਕਾਰ ਬਾਰੇ ਪਤਾ ਨਹੀਂ ਕਿ ਕਿਵੇਂ ਕਰਦੇ ਹੁੰਦੇ? ਸਿੱਖੀ ਵਿੱਚ ਕਬਰ ਦੀ ਕੋਈ ਥਾਂ। ਦੂਜੀ ਗੱਲ, ਫਿਰ ਸ਼ਮਸ਼ਾਨ ਘਾਟ ਵਿੱਚ ਹੁੰਦਾ ਅੰਤਿਮ ਸੰਸਕਾਰ। ਬਾਣੀ ਦੀ ਬੇਅਦਬੀ ਕੀਤੀ ਤੂੰ। ਜਪਜੀ ਨਹੀਂ, ਕੀਰਤਨ ਸੋਹਲਾ ਪੜ੍ਹਦੇ ਹੁੰਦੇ ਆ। ਪਾਲੀ ਉਹਦੇ ਵੱਲ ਵੇਖ ਕੇ ਕਹਿਣ ਲੱਗਾ, ਸੰਸਕਾਰ ਜਿਵੇਂ ਮਰਜ਼ੀ ਕਰੋ, ਕੋਈ ਫਰਕ ਨਹੀਂ ਪੈਂਦਾ ਹੁੰਦਾ ਬਜ਼ੁਰਗੋ। ਸ਼ਮਸ਼ਾਨ ਭੂਮੀ ਵਿੱਚ ਸੰਸਕਾਰ ਤੋਂ ਮਨਾਹੀ ਕਰਨ ਵੇਲੇ ਵੀ ਤੁਸੀਂ ਹੀ ਸੌ। ਰਹੀ ਗੱਲ ਬੇਅਦਬੀ ਦੀ, ਮੈਨੂੰ ਜਿਹੜੀ ਬਾਣੀ ਆਉਂਦੀ ਸੀ, ਜਿਹਦੇ ਨਾਲ ਮੈਂ ਖੁਦ ਨੂੰ ਸੰਭਾਲਦਾ ਆਇਆ, ਮੈਂ ਉਹੀ ਪਾਠ ਕੀਤਾ। ਤੁਹਾਡੀ ਬੇਅਦਬੀ ਹੋਈ ਹੈ ਤੇ ਸਜ਼ਾ ਵੀ ਤੁਸੀਂ ਦੇ ਲਵੋ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਰਹੀ ਗੱਲ ਸਿੱਖੀ ਤੇ ਕਬਰਗਾਹ ਵਿੱਚ ਪਈ ਕੌਮੀਅਤ ਦਾ ਫਿਕਰ ਕਰੋ, ਇਹ ਤੁਹਾਡੀ ਥਾਂ ਨਹੀਂ। ਇੰਨਾ ਕਹਿ ਕੇ ਦਫਨਾਉਣ ਦੀ ਰੀਤ ਨਿਭੀ। ਘੜੇ ਦਾ ਪਾਣੀ ਸਭ ਨੂੰ ਚੁਲੀ ਚੁਲੀ ਵਰਤਾਉਣ ਲੱਗਾ। SSP ਕਹਿਣ ਲੱਗਾ, ਸਿਫਰ ਨਵੀਸਾ, ਸਾਰਿਆਂ ਨੂੰ ਸ਼ਰਮ ਦੀ ਚੁਲੀਆਂ ਵੰਡ ਰਿਹਾ, ਰੂਹ ਨੂੰ ਸ਼ਾਂਤੀ ਮਿਲ ਜਾਊ ਤੇਰੀ। ਪਾਲੀ ਕਹਿਣ ਲੱਗਾ, ਵੀਰਾ ਮਸਲਾ ਮੇਰੀ ਸ਼ਾਂਤੀ ਦਾ ਨਹੀਂ, ਇਹਨਾਂ ਲੋਕਾਂ ਦੀ ਸ਼ਾਂਤੀ ਦਾ ਹੈ। ਮੇਰੀ ਸ਼ਾਂਤੀ ਦਾ ਨਜ਼ਾਰਾ ਤਾਂ ਹੁਣੇ ਨਜ਼ਰੀ ਆ ਜੂ। ਇਸ ਤੋਂ ਬਾਅਦ ਘਣ ਚੁੱਕ ਕੇ ਪਾਲੀ ਆਪਣੇ ਘਰ ਨੂੰ ਚਾਰੋਂ ਪਾਸਿਓਂ ਘੁੰਮ ਕੇ ਵੇਖਦਾ ਹੈ ਤੇ ਕੰਧ 'ਚ ਹਥੌੜੇ ਦਾ ਜ਼ੋਰਦਾਰ ਵਾਰ ਕਰਦਾ ਹੈ। ਸੁਰਜੀਤ ਕਹਿਣ ਲੱਗਾ, ਪਾਲੀ ਪੁੱਤਰ ਰੁਕ ਜਾ। ਧਰਮਾ ਸੁਰਜੀਤ ਨੂੰ ਬਾਹੋਂ ਫੜ ਕੇ ਰੋਕਦਾ ਹੈ ਤੇ ਸੁਰਜੀਤ ਹਰਖਦਾ ਹੋਇਆ ਬੋਲਿਆ, ਕਿਤੇ ਤਾਂ ਮੈਨੂੰ ਕੁਝ ਬੋਲ ਲੈਣ ਦਿਆ ਕਰੋ ਮੇਰੀ ਰੂਹ ਦੇ ਵੈਰੀਓ। ਮਾਰਦੇ ਵੀ ਹੈ ਨਹੀਂ ਮੈਨੂੰ, ਤੇ ਜਿਉਂਦੇ ਨੂੰ ਸ਼ਰਮ ਦੀ ਚੁਲੀ ਅੱਜ ਬਰਾਬਰ ਵਰਤਾਈ ਗਈ ਹੈ। ਟਲਣਾ ਨਹੀਂ ਹਜੇ ਵੀ ਰੋਕਿਆਂ ਬਗੈਰ। ਹਰਚਰਨ ਉਹਨੂੰ ਫਿਰ ਤੋਂ ਰੋਕਦਿਆ ਹੋਇਆ ਕਹਿਣ ਲੱਗਾ, ਜਿਹਨੂੰ ਸ਼ਰਮ ਨਹੀਂ ਆਉਣੀ ਉਹਨੂੰ ਅਕਲ ਵੀ ਨਹੀਂ ਆਉਣੀ ਸੁਰਜੀਤ ਸਿਆਂ। ਕੁਝ ਨਹੀਂ ਹੁੰਦਾ, ਜੋ ਹੋ ਰਿਹਾ ਉਹ ਵੇਖ ਬਸ। ਗੁਰਮੀਤ ਉਹਦੇ ਕੋਲ ਜਾਂਦੀ ਹੈ, ਵੀਰੇ ਰੁਕ ਜਾ, ਰੁਕ ਜਾ ਵੀਰੇ, ਰੁਕ ਜਾ। ਅੱਧਾ ਘਰ ਢਹਿ ਚੁੱਕਾ ਸੀ। ਸਾਹੋ ਸਾਹ ਹੋਇਆ ਪਾਲੀ ਰੁਕ ਗਿਆ। ਭੈਣੇ ਇਹਨਾਂ ਲੋਕਾਂ ਨੂੰ ਸਮਝਾ ਦਿਓ, ਕੋਈ ਜਾ ਕੇ ਮੁੜ ਸੁਣਾ ਦਿਓ ਕਿ ਭਾਈ ਗੁਰਚਰਨ ਸਿੰਘ ਹੁਣ ਨਹੀਂ ਰਿਹਾ ਇਸ ਦੁਨੀਆ ਵਿੱਚ।
ਹੁਣ ਤਾਂ ਦਫੇ ਹੋ ਜਾਣੇ ਸਾਰੇ ਜਾਣੇ। ਕਮਿਸ਼ਨਰ ਨੂੰ ਕਹਿ ਬਾਹਰ ਹਾਲਾਤਾਂ ਨੂੰ ਸਾਂਭ, ਮਤਾਂ ਕਿਤੇ ਹੋਰ ਕਲੰਕ ਸਾਡੇ ਮੱਥੇ ਨਾ ਮੜ ਦੇਣ। ਕਿਸੇ ਭੀੜ ਨੂੰ ਭੜਕਾਉਣ ਦੀ ਕਰਤੂਤ ਵੀ ਅਸੀਂ ਕੀਤੀ। ਲੂਣ ਹਰਾਮੀਆਂ ਤੇ ਬੇਗੈਰਤਾਂ ਕੋਲੋਂ ਮੈਨੂੰ ਕੋਈ ਉਮੀਦ ਨਹੀਂ। ਇਹ ਘਰ ਮੇਰੀ ਨਜ਼ਰਾਂ ਸਾਹਮਣੇ ਢਹਾਇਆ ਜਾਵੇ, ਹੋਰ ਕੁਝ ਨਹੀਂ ਮੈਂ ਮੰਗਦਾ। ਜਦੋਂ ਘਰ ਢਹਿ ਢੇਰੀ ਹੁੰਦਾ ਸਭ ਵੇਖ ਰਹੇ ਸੀ। ਪਾਲੀ ਪੁਲਿਸ ਮੁਲਾਜ਼ਮਾਂ ਨੂੰ ਐਸਐਸਪੀ ਬਾਰੇ ਪੁੱਛਦਾ ਹੈ। ਐਸਐਸਪੀ ਨਜ਼ਦੀਕ ਹੀ ਸੀ। ਉਹ ਆਇਆ ਤੇ ਪਾਲੀ ਕਹਿਣ ਲੱਗਾ, ਜਨਾਬ ਬਾਹਰ ਧਾਰਾ 144 ਲਗਾਈ ਗਈ ਹੈ, ਉਹਦਾ ਧਿਆਨ ਵੀ ਰੱਖੋ। ਸਾਡੇ ਕੋਈ ਵੀ ਕੰਮ ਜਾਂ ਵਿਚਾਰ ਅਜਿਹੇ ਨਹੀਂ ਹੋਣੇ ਜੋ ਹੁਣੇ ਹੀ ਜ਼ਰੂਰੀ ਹੋਣ। ਅਸੀਂ ਬਾਅਦ ਵਿੱਚ ਵੀ ਇਕੱਤਰਤਾ ਕਰ ਲਵਾਂਗੇ। ਐਸਐਸਪੀ ਮਨੁੱਖੀ ਅਖਲਾਕ ਦੇ ਤੌਰ 'ਤੇ ਵਿਅਕਤੀਆਂ ਦੇ ਇਕੱਠ ਨੂੰ ਖਿੰਡਾਉਂਦਾ ਨਹੀਂ ਹੈ। ਉਹ ਕਹਿਣ ਲੱਗਾ, ਜਨਾਬ ਸਾਡੀ ਵਿਵਸਥਾ ਦਾ ਕੰਮ ਹੈ, ਤੁਸੀਂ ਬੇਫਿਕਰ ਰਹੋ। ਮੈਨੂੰ ਪੁਲਿਸ ਦੇ ਹੈੱਡਕੁਆਰਟਰ ਤੋਂ ਹਦਾਇਤ ਮਿਲੀ ਹੈ ਕਿ ਤੁਹਾਡੀ ਸੁਰੱਖਿਆ ਦੇ ਪ੍ਰਬੰਧ ਵੀ ਕਰਨੇ ਨੇ। ਕਤਲ ਭੀੜ ਵੱਲੋਂ ਨਹੀਂ, ਸਗੋਂ ਪੁਲਿਸ ਜਾਣਕਾਰੀ ਮੁਤਾਬਕ ਡਾਕਟਰ ਨਿਰਮਲਜੀਤ ਸਿੰਘ ਵੱਲੋਂ ਕੀਤਾ ਗਿਆ ਹੈ, ਜਿਸ ਦੇ ਗ੍ਰਿਫਤਾਰ ਹੋਣ ਤੱਕ ਤੁਹਾਡੇ ਆਲੇ ਦੁਆਲੇ ਪੁਲਿਸ ਜ਼ਰੂਰੀ ਹੈ। ਪਾਲੀ ਕਹਿਣ ਲੱਗਾ, ਆਪਣੇ ਅਫਸਰਾਂ ਨੂੰ ਕਹੋ ਕਿ ਮੇਰੇ ਕੋਲ ਇਹੋ ਜਿਹਾ ਕੁਝ ਵੀ ਨਹੀਂ ਜਿਹੜਾ ਗਵਾਚਣ ਤੇ ਮਿਟਾਉਣ ਦੀ ਗਿਣਤੀ ਵਿੱਚ ਹੋਵੇ। ਵੇਲਾ ਕੁਰਲਾਉਂਦਾ ਤੁਹਾਡਾ ਫਰਜ਼ਾਂ ਦੀ ਮੰਗ ਕਰਦਾ ਪਿਆ, ਉਧਰ ਧਿਆਨ ਦੇ ਲਓ। ਸਾਡੇ ਜਿਉਣ ਮਰਨ ਉੱਤੇ ਪ੍ਰਸ਼ਾਸਨ ਨੂੰ ਵਕਤ ਨਹੀਂ ਪਾਇਆ ਜਾਊਗਾ, ਭਰੋਸਾ ਰੱਖੋ। ਮੀਡੀਆ ਨੇ ਸੋਹਣਾ ਇਨਾਮ ਦਿੱਤਾ ਹੈ, ਉਧਰ ਲੋਕਾਂ ਨੂੰ ਸਮਝਾ ਲਓ ਕਿ ਲੋਕ ਕਿਸ ਦੀ ਮੰਨਣ। ਅਦਾਲਤਾਂ, ਸਬੂਤ, ਗਵਾਹ ਸਾਰੇ ਹੀ ਸਾਨੂੰ ਪੰਚਾਇਤੀ ਮਸਲੇ ਉੱਤੇ ਬੇਗੁਨਾਹ ਸਾਬਤ ਕਰ ਚੁੱਕੇ ਹੋਣ ਤੇ ਹੁਣ ਹੋਰ ਕਿਤੋਂ ਸੱਚ ਭਾਲਣੇ ਆ। ਜਿਹੜੇ ਅੱਜ ਸਰਕਾਰੀ ਗਵਾਹ ਬਣੇ ਨੇ ਉਹਨਾਂ ਦੀ ਨੀਅਤ ਮੈਨੂੰ ਕਿੰਨੇ ਅਰਸੇ ਤੋਂ ਪਤਾ ਸੀ। ਕਿੰਨੀ ਵਾਰ ਰਾਤਾਂ ਜਾਗ ਕੱਟੀਆਂ ਤਾਂ ਕਿ ਉਹਨਾਂ ਦਾ ਮੁਕਾਬਲਾ ਕਰ ਸਕਾਂ। ਉਦੋਂ ਨਹੀਂ ਬੋਲਿਆ ਮੈਂ, ਹੁਣ ਕਾਹਦੀ ਸੁਰੱਖਿਆ ਮੰਗਾਂ ਜਾਂ ਲਵਾਂ। ਐਸਐਸਪੀ ਕਹਿੰਦਾ, ਠੀਕ ਹੈ, ਪਰ ਜਦੋਂ ਤੱਕ ਤੁਸੀਂ ਇੱਥੇ ਆਪਣੇ ਬਾਪੂ ਜੀ ਦੇ ਆਖਰੀ ਅਰਦਾਸ ਮੌਕੇ ਤੱਕ ਰਹੋਗੇ ਉਦੋਂ ਤੱਕ ਸਾਨੂੰ ਇੱਥੇ ਰੁਕਣ ਤਾਂ ਦਿਓ। ਪਾਲੀ ਕਹਿੰਦਾ, ਐਸਐਸਪੀ ਸਾਹਿਬ ਤੁਹਾਡੀ ਆਪਣੀ ਮਰਜ਼ੀ ਹੈ, ਮੇਰੇ ਉੱਤੇ ਜਿੰਨੀ ਨਜ਼ਰ ਰੱਖਣੀ ਹੈ ਰੱਖ ਲਓ। ਮੈਂ ਸਿਰਫ ਇਹ ਕਹਿ ਸਕਦਾ ਕਿ ਮੈਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਰਹਿਣ ਦਿਓ। ਅਸੀਂ ਇਕੱਲੇ ਨਾਗਰਿਕ ਜੇ ਇਹੋ ਜਿਹੇ ਕੰਮੀ ਲਗਾਉਣ ਲੱਗ ਪਏ ਫਿਰ ਉਹਨਾਂ ਦਾ ਕੀ ਬਣੂ ਜਿਹੜੇ ਤੁਹਾਡੇ ਦਰਵਾਜ਼ਿਆਂ ਉੱਤੇ ਇਨਸਾਫ ਦੀ ਮੰਗ ਲੈ ਕੇ ਆਉਂਦੇ ਨੇ। ਜੇ ਇਨਸਾਫ ਮੁੱਢ ਤੋਂ ਹੀ ਸ਼ੁਰੂ ਹੋ ਜਾਵੇ ਫਿਰ ਇਹ ਨੌਬਤਾਂ ਆਉਣ ਹੀ ਨਾ। ਨਾਲੇ ਮੈਨੂੰ ਬਚਾਉਣ ਦੀ ਇੰਨੀ ਲੋੜ ਕਾਹਦੀ? ਤੁਹਾਡਾ ਕੋਈ ਗੁਲਾਮ ਹਾਂ, ਤਨਖਾਹਦਾਰ ਨੌਕਰ, ਜਾਂ ਤੁਹਾਡੀ ਕਿਸੇ ਗਰਜ਼ ਨੂੰ ਪੂਰੀ ਕਰਦਾ ਜੀਵ ਹਾਂ? ਜੇਕਰ ਹਾਂ ਤਾਂ ਮੈਨੂੰ ਵੀ ਦੱਸ ਦਿਓ ਭਾਈ, ਮੈਂ ਹਾਂ ਕਿਸ ਕੰਮ ਦਾ। ਜੇਕਰ ਨਹੀਂ ਤਾਂ ਫਿਰ ਬਾਕੀਆਂ ਨਾਲ ਨਾਇਨਸਾਫੀ ਨਾ ਕਰੋ। ਕਾਨੂੰਨ ਇਨਸਾਫ ਮੰਗਦਾ ਹੈ, ਅਸੀਂ ਇਨਸਾਫ ਹੀ ਮੰਗਦੇ ਆਏ ਹਾਂ, ਹਮਾਇਤ ਦੀ ਖੈਰਾਤ ਨਹੀਂ ਲੋੜਦੇ। ਕਮਿਸ਼ਨਰ ਤੇ ਬਾਕੀ ਹਾਜ਼ਰੀ ਗੌਰ ਨਾਲ ਸਾਰੀ ਗੁਫ਼ਤਗੂ ਸੁਣ ਰਹੇ ਸੀ। ਕਮਿਸ਼ਨਰ ਮੱਲੋ ਮੱਲੀ ਇੰਦਰਪਾਲ ਸਿੰਘ ਨੂੰ ਉਵੇਂ ਸਲੂਟ ਮਾਰਦਾ ਹੈ ਜਿਵੇਂ ਇੱਕ ਸਿਪਾਹੀ ਕਿਸੇ ਵੱਡੇ ਰੈਂਕ ਵਾਲਿਆਂ ਨੂੰ ਮਾਰਦਾ ਹੋਵੇ। ਸਾਰੇ ਪੁਲਿਸ ਮੁਲਾਜ਼ਮ ਉਹਦਾ ਅਨੁਸਰਨ ਕਰਦੇ ਨੇ ਤੇ ਇੱਕ ਕਰਕੇ ਤੁਰਦੇ ਜਾਂਦੇ ਨੇ। ਹੁਣ ਸਾਹਮਣੇ ਦਾਨੇ ਮਿਲਖੇ ਦੇ ਲੋਕ ਖੜੇ ਸਨ, ਕੁਝ ਅਣਜਾਣ, ਕਈ ਅੱਧੇ ਕੁ ਜਾਣੂ ਤੇ ਬਹੁਤੇ ਅਣਜਾਣ ਬਣ ਬਹੇ ਆਪਣੇ ਸੀ। ਪਾਲੀ ਕਹਿਣ ਲੱਗਾ, ਭਲਿਓ ਘਰ ਢਹਿ ਚੁੱਕਾ ਹੈ, ਸੱਚ ਦਫਨ ਹੋ ਚੁੱਕਾ ਹੈ, ਤੁਸੀਂ ਇੱਥੇ ਕੀ ਕਰਦੇ ਹੋ? ਜਾਓ ਕੂੜ ਨੂੰ ਘਰ ਢੰਡੋਰਾ ਪਿੱਟ ਕੇ ਫੈਲਾਓ ਕਿ ਦੋਖੀ ਮਾਰਿਆ ਗਿਆ ਹੈ, ਕਿਉਂਕਿ ਕੇਂਦਰ ਸਰਕਾਰ ਨੂੰ ਪੰਚਾਇਤੀ ਰਾਜ ਐਕਟ ਦੇ ਖਤਮ ਕਰਨ ਦੇ ਹੁਕਮ ਬਾਹਰਲੇ ਸੂਬਿਆਂ ਕਰਕੇ ਦੇਣੇ ਪੈ ਰਹੇ ਨੇ। ਸੁਣਨਾ ਚਾਹੋਗੇ ਅਜਿਹਾ ਕਿਉਂ ਭਲਾ? ਕਿਉਂਕਿ ਉਹਨਾਂ ਨੇ ਦਲੀਲ ਦਿੱਤੀ ਹੈ ਕਿ ਉਹਨਾਂ ਦੀ ਪ੍ਰਜਾ ਬਹੁਤ ਗਰੀਬੀ ਤਬਕਿਆਂ ਨਾਲ ਸੰਬੰਧ ਰੱਖਣ ਵਾਲਿਆਂ 'ਚ ਹੈ। ਉਹਨਾਂ ਨੂੰ ਨਗਰ ਪਾਲਿਕਾ ਵਰਗੇ ਨਿਜ਼ਾਮਾਂ ਦੀ ਸਮਝ ਨਹੀਂ ਆਉਣੀ, ਇਸ ਲਈ ਉਹਨਾਂ ਦੀ ਮਜਬੂਰੀ ਦੀ ਕਦਰ ਕਰਦੇ ਹੋਏ ਆਉਣ ਵਾਲੇ ਦਿਨਾਂ ਵਿੱਚ ਫੈਸਲਾ ਆ ਜਾਣਾ ਹੈ ਤੁਹਾਡੇ ਜੀ ਦੇ ਜੰਜਾਲ ਕੱਟ ਜਾਣ ਦਾ। ਤੁਹਾਨੂੰ ਪਤਾ ਹੈ ਤੁਹਾਡੀ ਕਿੰਨੀ ਤੋਹੀਨ ਹੋਈ ਹੈ ਇਸ ਫੈਸਲੇ ਵਿੱਚ। ਤੁਹਾਡੀ ਦਲੀਲਾਂ ਪੁਰਾਤਨਤਾ, ਪਰੰਪਰਾਵਾਂ, ਅੱਧ-ਪਚੱਦੇ ਫਲਸਫਿਆਂ ਵਿੱਚ ਰੱਖ ਕੇ ਤੁਹਾਡੇ ਦਲਾਲਾਂ, ਵਕੀਲਾਂ ਨੇ ਇਉਂ ਸਾਬਤ ਕੀਤਾ ਜਿਵੇਂ ਪੰਜਾਬ ਵੀ ਬੰਗਾਲ, ਝਾਰਖੰਡ ਵਰਗੇ ਸੂਬਿਆਂ ਵਾਂਗ ਬਿਲਕੁਲ ਉਜੜ ਹੈ। ਤੁਹਾਡੇ ਭੀੜ ਤੰਤਰ ਦੇ ਰੋਲੇ, ਤੁਹਾਡੀ ਲੀਡਰਾਂ ਦੀ ਚੁੱਪੀ ਤੇ ਤੁਹਾਡੇ ਆਪਣੇ ਪਿੰਡ ਤੋਂ ਭੇਜੀ ਹੋਈ ਵਿਧਾਇਕਾਂ ਦੇ ਕੀਤੇ ਹੋਏ ਹਾਂ ਪੱਖੀ ਦਸਤਖਤ ਤੁਹਾਨੂੰ ਉਜੜ ਹੀ ਸਾਬਤ ਕਰਕੇ ਆਏ ਨੇ।
ਭਲਾ ਜਿਸ ਸੂਬੇ ਵਿੱਚ ਸ਼ਰਾਬ ਦੇ ਠੇਕਿਆਂ ਵਿੱਚ ਜਾਣ ਵਾਲੇ ਲੋਕ ਤੱਕ ਡਿਗਰੀਆਂ ਵਾਲੇ ਨੌਜਵਾਨ ਹੋਣ, ਭਲਾ ਉਸ ਸੂਬੇ ਨੂੰ ਅਨਪੜ੍ਹ ਸੂਬਾ ਕਹਿਣਾ ਧੱਕਾ ਨਹੀਂ? ਕੋਈ ਵੀ ਪ੍ਰੋਫੈਸਰ ਇਸ ਦੰਭ ਦਾ ਉਸਾਰੂ ਤੇ ਢਾਉਣ ਵਾਲਾ ਕਿਉਂ ਨਾ ਬਣਿਆ? ਆਖਰ ਆਪਣੇ ਕੰਮ ਦੀ ਇੰਨੀ ਵੀ ਇੱਜ਼ਤ ਨਹੀਂ ਰਹੀ ਤੁਹਾਡੇ ਕੋਲ? ਸਾਰੇ ਨੌਜਵਾਨਾਂ ਤੋਂ ਧਰਨੇ ਮੁਜ਼ਾਹਰਿਆਂ ਉੱਤੇ ਨਾਅਰੇ ਲਵਾਏ ਨੇ। ਭਲਾ ਹੁਣ ਜੇ ਸਰਕਾਰ ਤੁਹਾਨੂੰ ਤੁਹਾਡੇ ਸਥਾਪਤੀ ਦੇ ਵਿਸ਼ੇ ਨੂੰ ਬਰਕਰਾਰ ਰੱਖੇ, ਫਿਰ ਕੀ ਆਹੀ ਕੁਝ ਹੋਊ ਜੋ ਤੁਸੀਂ ਹੁਣ ਤੱਕ ਕੀਤਾ? ਨਸ਼ੇ, ਬਦਕਾਰੀਆਂ, ਬਦਮਾਸ਼ੀਆਂ, ਬੇਰੁਜ਼ਗਾਰੀ ਤੇ ਫਿਰਕੂ ਟਕਰਾਅ, ਫਿਰਕਾ ਪ੍ਰਸਤੀ ਦੀ ਅੱਗ 'ਚ ਝੁਲਸਦੇ ਬੱਚੇ ਬਾਹਰ ਹੀ ਜਾ ਰਹੇ, ਇੱਥੇ ਬਿਰਧ ਆਸ਼ਰਮ ਬਣਾ ਛੱਡ ਦੇਣ, ਤੁਹਾਨੂੰ ਇਹ ਸਭ ਹੀ ਮਨਜ਼ੂਰ ਹੈ? ਇਹ ਹਾਹਾਕਾਰ ਨਿਜ਼ਾਮ ਬਦਲਣ ਦੀ ਇਉਂ ਮਚਾਈਦੀ ਹੁੰਦੀ ਹੈ? ਅੱਧੇ ਤੋਂ ਵੱਧ ਵੱਖਵਾਦੀ ਦਲਾਂ ਦੇ ਪੜ੍ਹੇ ਲਿਖੇ ਬੰਦਿਆਂ ਨਾਲ ਭੀੜ ਮੌਜੂਦ ਹੈ। ਰਤਾ ਵੀ ਦੂਰਗਾਮੀ ਸਮਝ ਹੁੰਦੀ ਤਾਂ ਉਹਨਾਂ ਤੁਹਾਡੇ ਹੱਕ ਵਿੱਚ ਤੁਹਾਡੇ ਨਾਲ ਨਹੀਂ ਸੀ ਖੜੇ ਹੋਣਾ। ਅਨਪੜ੍ਹ ਠੇਠਰ ਬੁੜੇ ਸਾਨੂੰ ਨੌਜਵਾਨਾਂ ਹੱਥ ਕਦੇ ਵੀ ਕਿਸੇ ਪ੍ਰਸ਼ਾਸਨਿਕ ਇਕਾਈ ਦਾ ਜ਼ਿੰਮਾ ਨਹੀਂ ਆਉਣ ਦਿੰਦੇ। ਉਹਨਾਂ ਨੂੰ ਪਤਾ ਹੈ ਜੇ ਇਹਨਾਂ ਕੋਲ ਇਹ ਰਾਹ ਆ ਗਿਆ, ਫਿਰ ਸੜਕਾਂ ਉੱਤੇ ਚੱਕੇ ਜਾਮ ਨਹੀਂ, ਸਗੋਂ ਇਹਨਾਂ ਦੇ ਵਿਗੜੇ ਨਿਜ਼ਾਮ ਦਾ ਨਾਸੀ ਧੂੰਆਂ ਚੜ੍ਹਿਆ ਜਾਣਾ। ਕਿਹਨੇ ਵਹਿਮ ਪਾਇਆ ਕਿ ਅਸੀਂ ਸਰਕਾਰੀ ਕੁੱਤੇ ਹਾਂ? ਉਸੇ ਸਰਕਾਰ ਵੱਲੋਂ ਥੋਪੇ ਹੋਏ ਪ੍ਰੋਫੈਸਰਾਂ ਵਿਦਵਾਨਾਂ ਦੇ ਗਲਾਵੇ ਨੂੰ ਨਪੀੜਿਆ ਹੋਇਆ ਸੀ। ਹਜੇ ਤੱਕ ਕਿਸੇ ਵਿਦਿਅਕ ਅਦਾਰੇ ਨੂੰ ਸਾਡਾ ਨਾਵਾਂ ਨਹੀਂ ਜੱਚਦਾ। ਇੱਕ ਗੱਲ ਇੱਥੇ ਮੁੜ ਦੁਹਰਾ ਦਿਆਂ, ਜੜ ਇੱਥੋਂ ਹੀ ਸ਼ੁਰੂ ਹੁੰਦੀ ਹੈ ਤੇ ਇਹ ਜੜ ਹੀ ਵੱਡੀ ਜਾਏਗੀ, ਭਾਵੇਂ 10 ਵਰੇ ਲੱਗਣ ਤੇ ਵਰੇ 50 ਲੱਗਣ। ਭਾਵੇਂ ਤੁਹਾਨੂੰ ਫਿਲਹਾਲ ਵਧਾਈ ਹੋਵੇ, ਤੁਹਾਡੇ ਆਪਣੇ ਸਿਰ ਆਉਂਦੀ ਬਲਾ ਲੈ ਗਈ ਹੈ। ਆਪਣੇ ਸਿਰ ਅਨਪੜ੍ਹ ਗਵਾਰ ਤੇ ਉਹਨਾਂ ਸੂਬਿਆਂ ਵਰਗੇ ਗਰੀਬ ਸੂਬੇ ਵਜੋਂ ਕਲੰਕ ਮੱਥੇ ਮੜਿਆ ਗਿਆ ਹੈ। ਇਹਨੂੰ ਤੁਸੀਂ ਵੀ ਤੇ ਤੁਹਾਡੇ ਸਿਆਣੇ ਤਬਕੇ ਵਾਲੇ ਖੁਸ਼ੀ ਕਬੂਲ ਲਿਓ। ਅਗਲੀ ਵਾਰ ਕੋਈ ਕਾਲਜ ਦਾ ਪ੍ਰੋਫੈਸਰ ਆਵੇ, ਉਹਨੂੰ ਆਹ ਤਖਤੀ ਤੇ ਤਸਵੀਰਾਂ ਖਿੱਚ ਕੇ ਪੜਵਾ ਦੇਣਾ। ਹੁਣ ਚੱਪਣੀਆਂ ਦੇ ਹੱਕਦਾਰ ਵੀ ਨਹੀਂ ਰਹੇ। ਵੱਸਦੇ ਰਹਿਣ ਤੇ ਰੱਬ ਕਰਕੇ ਇੱਥੇ ਹੀ ਮਰ ਖੱਪ ਜਾਣ। ਹੋਰ ਕਿਤੇ ਅਜਿਹੇ ਮੂਰਖ ਨਹੀਂ ਚਾਹੀਦੇ ਸਾਨੂੰ। ਬਸ ਇੰਨਾ ਹੀ ਕਹਿਣਾ ਚਾਹੁੰਦਾ। ਰਾਜ਼ੀ ਰਹੋ। ਗੁਰਫਤਿਹ। ਪਾਲੀ ਵੱਡੀ ਤਖਤੀ ਉੱਤੇ ਕੁਝ ਲਿਖਦਾ ਹੋਇਆ ਨਿੰਮ ਕੋਲ ਬਹਿ ਗਿਆ, ਫਿਰ ਨਿੰਮ ਦੇ ਨਾਲ ਗੱਡ ਕੇ ਉਸ ਤਖਤੀ ਨੂੰ ਮੁੜ ਗਿਆ। ਕਹਿਣ ਲੱਗਾ, ਚਲੋ ਤਾਇਆ ਜੀ ਚੱਲੀਏ ਇੱਥੋਂ। ਅਸੀਂ ਕਾਫਲੇ ਪਰਤ ਰਹੇ ਸਨ। ਰਾਤ ਠੰਡੀ ਸੀ, ਪਰ ਪਿੰਡ ਅੱਜ ਮਾਹੌਲ ਬੇਆਰਾਮ ਸੀ। ਸਾਜਰੇ ਪਹਿਲੀ ਲੋ ਲੱਗੀ ਤੇ ਲੋਕ ਆ ਕੇ ਤਖਤੀ ਨੂੰ ਪੜ੍ਹਦੇ ਨੇ। ਤਖਤੀ ਤੇ ਲਿਖਿਆ, ਕਾਫਿਲੇ ਦਰਦ ਦਰ ਹਕੀਕੇ ਜ਼ਿੰਦਗੀ, ਵਾਹਿਦ ਸਿਫਰ ਬਰ ਨਰਦਾਰਤ ਬੰਦਗੀ। ਖੁਦਾਈ ਇਕਰਾਰ ਖੁਦ ਨਾਲ ਹੀ ਤਵੱਕੋ ਰੱਖਦੇ ਨੇ ਤੇ ਜਿੱਥੇ ਤੌਫੀਕ ਖਤਮ, ਉੱਥੇ ਜ਼ਿੰਦਗੀ ਵੀ ਤੇ ਉੱਥੇ ਅਸੂਲ ਵੀ। ਕੱਚੀਆਂ ਕਿਆਰੀਆਂ 'ਚ ਚੁਗਦੇ ਰੋੜ ਵੇ, ਸੁੱਕੀਆਂ ਸੀ ਟਾਹਣੀਆਂ ਕੂੜੀਆਂ ਨਾ ਤੋੜ ਵੇ। ਸੱਚੀ ਗੱਲ ਸਿਫਰ ਨੇ ਬੋਲਣੀ ਵੀ ਸਿੱਖੀ ਨਾ, ਕਿਹੋ ਜਿਹੇ ਹਿਸਾਬੀਆਂ ਨੇ ਰੱਖੇ ਨੇ ਕੁਜੋੜ ਵੇ। ਹੁਣ ਲਾਹੌਰ ਵਿੱਚ ਸੂਫੀਆਂ ਦੇ ਭੇਸ ਵਿੱਚ, ਧੂਫੀਆਂ ਦੇ ਦੇਸ ਵਿੱਚ ਜਗਦਾ ਚਿਰਾਗ, ਭੇਖ ਸੂਫੀਆਂ ਦਾ ਤੇ ਦੇਸ਼ ਧੂਫੀਆਂ ਦਾ, ਜਿੱਥੇ ਚਿਰਾਗ ਬਲਦੇ ਨੇ, ਜਿੱਥੇ ਧੂਏ ਉੱਠਦੇ ਨੇ। ਧੂਏ ਲਾਟ ਵੀ ਬਣ ਜਾਣ, ਪਰ ਲਾਟ ਦੇ ਪਹਿਲੇ ਕਾਲਖ ਹੀ ਮੂੰਹ ਤੇ ਰੱਖਦੇ ਨੇ। ਲਾਹੌਰ ਵਿੱਚ ਖਬਰਨਾਮਾ ਵੇਖਦਿਆਂ ਚੜ੍ਹਦੇ ਪੰਜਾਬ ਦੀ ਖਬਰ ਵੇਖਦੀ ਹੋਈ ਨੂਰ ਤੇ ਅਸ਼ਰਫ ਦੀ ਜੋੜੀ ਗਮਗੀਨ ਆਲਮ ਵਿੱਚ ਸੀ। ਲਹਿੰਦੇ ਪੰਜਾਬ ਨੂੰ ਸਰਦਾਰ ਹਰਚਰਨ ਸਿੰਘ ਦੇ ਮਾਇਨਾਜ਼ ਸ਼ਖਸੀਅਤ ਹੋਣ ਤੇ ਗੁਰਚਰਨ ਸਿੰਘ ਦੇ ਦਾਨਿਸ਼ਮੰਦ ਰਸੂਖ ਉੱਤੇ ਰਸ਼ਕ ਸੀ, ਜਿਸ ਨੇ ਮੁਕਤਸਰ ਜਿਹੀ ਫੇਰੀ ਦੌਰਾਨ ਹੀ ਆਪਣੇ ਅਦਬੀ ਹਸਤੀ ਨਾਲ ਸਾਰਿਆਂ ਨੂੰ ਸਰਸ਼ਾਰ ਕੀਤਾ ਸੀ। ਨੂਰ ਹੁਣ ਖਬਰਾਂ ਦਾ ਜ਼ੋਰ ਵੇਖ ਕੇ ਰਹਿ ਨਾ ਸਕੀ। ਕਹਿਣ ਲੱਗੀ, ਮੀਆਂ ਅਸ਼ਰਫ, ਮੈਂ ਸੋਚਦੀ ਸੀ ਕਿ ਸਿਫਰ ਨੂੰ ਇੱਕ ਖੱਤ ਲਿਖਾਂ। ਕੀ ਮੈਨੂੰ ਅੱਬੂ ਹਰਚਰਨ ਸਿੰਘ ਦੇ ਪਤੇ ਦੀ ਤਸਦੀਕ ਪਤਾ ਕਰਵਾ ਸਕਦੇ ਹੋ? ਅਸ਼ਰਫ ਕਹਿੰਦਾ, ਕਿਉਂ ਨਹੀਂ, ਮੈਂ ਗੌਰ ਕਰਦਾ। ਸ਼ਾਇਦ ਚਰਨਪ੍ਰੀਤ ਸਿੰਘ ਜੀ ਇਸ ਵਕਤ ਪੰਜਾਬ ਵਿੱਚ ਨਹੀਂ ਨੇ। ਉਹਨਾਂ ਮਾਰਫਤ ਇਹ ਖੱਤ ਪਹੁੰਚਣਾ ਜਾਇਜ਼ ਰਹੇਗਾ। ਇੱਕ ਤਾਂ ਉਹ ਅਦੀਬ ਨੇ, ਦੂਸਰਾ ਅਲੈਦਗੀ ਦੇ ਆਲਮ ਵਿੱਚ ਸਿਫਰ ਨੂੰ ਕੋਈ ਖਤਰਾ ਨਾ ਹੋਵੇ, ਇਸ ਦਾ ਇਹਤਿਆਤ ਵੀ ਯਕੀਨੀ ਹੋਏਗਾ। ਨੂਰ, ਬੇਹੱਦ ਸ਼ੁਕਰੀਆ। ਹੁਣ ਮੈਂ ਆਪਣਾ ਕੰਮ ਕਰ ਲਵਾਂ।
ਨੂਰ ਪੈਗਾਮ ਲਿਖਦੀ ਹੈ, ਨਿਰਛਲਤਾ ਨਿਰਮੋਹਿਆਂ ਵਿੱਚ ਹੋਣਾ ਤੇਰਾ, ਯਾਦਾਂ ਵਾਂਗ ਅਣਛੋਹਿਆਂ ਵਿੱਚ ਹੋਣਾ ਤੇਰਾ, ਕਦੇ ਦੁਖਿਆ ਨਹੀਂ ਸੀ। ਕਿ ਮਦਮਸਤੀ ਵੀ ਬੇਲਿਹਾਜ਼ ਜਹੀ ਸੀ ਤੇਰੀ, ਪਰ ਰੂਹ ਤੋਂ ਵੀ ਬੇਆਵਾਜ਼ ਹੋਣਾ ਤੇਰਾ, ਕਦੇ ਦੁਖਿਆ ਨਹੀਂ ਸੀ। ਸੱਚ ਜਾਣੀ ਜਦੋਂ ਤੂੰ ਸੂਲਾਂ 'ਤੇ ਖੜ੍ਹ ਕੇ, ਅੰਗਿਆਰੇ ਜਿਹੇ ਰਾਹਾਂ ਉੱਤੇ ਚੜ੍ਹ ਕੇ, ਆਖਰ ਨੂੰ ਜਦੋਂ ਮਿੰਨਾ ਮਿੰਨਾ ਮੁਸਕਰਾਉਨਾ, ਦਿਲ ਡਾਢਾ ਹੀ ਦੁਖਦਾ। ਜਦੋਂ ਹਲਟਾਂ ਉੱਤੇ ਸੁੱਕੇ ਖੂਹ ਨੂੰ ਗੇੜੇ, ਟੁੱਟੀ ਤਾਰ ਰਬਾਬੇ ਦੀ ਲਫ਼ਜ਼ਾਂ 'ਚ ਛੇੜੇ, ਆਖਰ ਨੂੰ ਮੁੜ ਫੇਰ ਜਦੋਂ ਸਿਫਰ ਸਦਾਉਂਦਾ, ਦਿਲ ਡਾਢਾ ਹੀ ਦੁਖਦਾ। ਗੱਲ ਜਾਇਜ਼ ਜਹੀ ਸੀ ਗੁਨਾਹਾਂ ਦੀ ਅਕਸਰ, ਦਿਲ ਕਤਲ ਕਰੇ ਰੂਹ ਮੁੜ ਹੁੰਦੀ ਦਫਨ ਨਾ, ਕਿਸੇ ਪਾਗਲ ਦੀਵਾਨੇ ਪਰਵਾਨੇ ਦੇ ਲਈ ਫਿਰ, ਕੌਡੀ ਦੇ ਮੁੱਲ ਵਿੱਚ ਵੀ ਵਿਕਦਾ ਕਫਨ ਨਾ। ਮਗਰ ਹਾਲੇ ਤਾਂ ਗੁਨਾਹਾਂ ਸੰਗ ਵੈਰ ਸੀ ਤੇਰਾ, ਕੱਚੀ ਜਿਹੀ ਧਰਤੀ ਉੱਤੇ ਹੋਣਾ ਪੈਰ ਵੇ ਤੇਰਾ, ਕਦੇ ਦੁਖਿਆ ਨਹੀਂ ਸੀ। ਅੰਮ੍ਰਿਤ ਦੀ ਗੱਲ ਭਾਵੇਂ ਜ਼ੁਬਾਨ ਨਹੀਂ ਸੀ ਤੇਰੀ, ਪਰ ਭਰਿਆ ਹੋਇਆ ਪੀਤਾ ਜ਼ਹਿਰ ਵੇ ਤੇਰਾ, ਕਦੇ ਦੁਖਿਆ ਨਹੀਂ ਸੀ। ਪਰ ਕਲਸਾਂ ਦੇ ਦੀਵੇ ਬੁਝਾਉਣ ਦਾ ਰੌਲਾ, ਪਰ ਕਲਸਾਂ ਦੇ ਦੀਵੇ ਬੁਝਾਉਣ ਦਾ ਰੌਲਾ, ਹੰਸਾਂ ਦੇ ਖੋਹੇ ਮੋਤੀ ਤੇ ਸਾਰਸ ਅਣਗੌਲਾ, ਪੇਚੀਦਾ ਹੋਏ ਦਰਦਾਂ ਨੂੰ ਹੱਡੀ ਹੰਡਾਉਂਦਾ, ਦਿਲ ਡਾਢਾ ਹੀ ਦੁਖਦਾ। ਉਹ ਕਾਬੇ ਅੰਦਰ ਪਏ ਸੱਦਣ ਇਮਾਮਾਂ ਨੂੰ, ਮੈਂ ਕਾਜ਼ੀ ਸਿਫਰੁਦੀਨ ਦੀ ਮੌਤ ਨੂੰ ਤੱਕਿਆ। ਉਹ ਕਾਬੇ ਅੰਦਰ ਪਏ ਸੱਦਣ ਇਮਾਮਾਂ ਨੂੰ, ਮੈਂ ਕਾਜ਼ੀ ਸਿਫਰੁਦੀਨ ਦੀ ਮੌਤ ਨੂੰ ਤੱਕਿਆ। ਉਹ ਦਿੰਦੇ ਸੀ ਤੋਹਫੇ ਸਾਨੂੰ ਦਾਨਿਸ਼ਮੰਦੀ ਦੇ, ਮੈਂ ਰੂਹੇ ਜ਼ਹੀਨ ਦੀ ਮੌਤ ਨੂੰ ਤੱਕਿਆ। ਇੱਕੋ ਅਦਬ ਵਹਾਬੀ ਸੀ ਫਿਤਰਤ ਵੇ ਤੇਰੀ, ਤੇ ਰੂਹ ਇਨਕਲਾਬੀ ਦਾ ਫਿਕਰਾ ਵੇ ਤੇਰਾ, ਕਦੇ ਦੁਖਿਆ ਨਹੀਂ ਸੀ। ਮੈਂ ਵਾਕਿਫ ਸਾਂ ਤੇਰੀ ਸੰਗੀਨੀ ਤੋਂ ਆਖਰ, ਗਾਇਆ ਮੁੱਦਤ ਦੇ ਰਾਜ਼ ਦਾ ਸ਼ਿਕਰਾ ਵੇ ਤੇਰਾ, ਕਦੇ ਦੁਖਿਆ ਨਹੀਂ ਸੀ। ਪਰ ਫਹਿਰਿਸਤੇ ਆਸ਼ਿਕ ਮਕਬੂਲ ਸੀ ਜਿਹੜੇ, ਤੇਰੀ ਹਸਤੀ ਤਬੀਅਤ ਨੂੰ ਨਾ ਕਬੂਲ ਸੀ ਜਿਹੜੇ, ਆਪਣੇ ਸਿਰਨਾਮੇ ਤੋਂ ਆਸ਼ਿਕ ਮਿਟਾਉਂਦਾ, ਦਿਲ ਡਾਢਾ ਹੀ ਦੁਖਦਾ। ਵਿਹਾੜਾ ਬਦਲੇ ਜ਼ਮਾਨੇ ਦੇ ਵਿਗੜੇ ਆਦੀਬਾ, ਵਿਹਾੜਾ ਬਦਲੇ ਜ਼ਮਾਨੇ ਦੇ ਵਿਗੜੇ ਆਦੀਬਾ, ਜ਼ਰਾ ਸੁਣ ਤੇ ਸਮਝੀ ਸਾਡੀ ਅਰਜ਼ ਵੀ ਸਾਡੀ, ਜ਼ਰਾ ਸੁਣ ਤੇ ਸਮਝੀ ਇੱਕ ਅਰਜ਼ ਵੀ ਸਾਡੀ, ਤੇਰੇ ਤਾਈਂ ਉਧਾਰੀ ਹੈ ਇੱਕ ਕਿਸ਼ਤ ਵੇ ਮੇਰੀ, ਲਿਖ ਤਹਿਰੀਰ ਸਿਫਰਨਾਮੇ ਦੀ ਅਰਜ਼ ਵੇ ਡਾਢੀ। ਇਹ ਮਸਲੇ ਆਵਾਮ ਦੇ ਰਹਿਣੇ ਨਹੀਂ ਤੇਰੇ, ਇਹ ਮਸਲੇ ਆਵਾਮ ਦੇ ਰਹਿਣੇ ਨਹੀਂ ਤੇਰੇ, ਵੇ ਮੁੱਕਦਾ ਜਾਵੇ ਜ਼ਿੰਦਾ ਹਾਲ ਵੇ ਤੇਰਾ, ਕਦੇ ਦੁਖਿਆ ਨਹੀਂ ਸੀ। ਅਸੀਂ ਕੁਦਰਤ ਦੇ ਆਸ਼ਿਕ ਬਸ ਇਲਮ ਨਿਭਾਈਏ, ਪਰ ਆਲਮ ਇਲਮ ਕਮਾਲ ਵੇ ਤੇਰਾ, ਕਦੇ ਦੁਖਿਆ ਨਹੀਂ ਸੀ। ਪਰ ਹਰਫ ਤੋਂ ਹਿੰਸੇ ਤਕਸੀਮ ਹੋਏ ਜਿਹੜੇ, ਸੱਚ ਮੰਨੀ ਕਿ ਲਿਹਾਜ਼ੇ ਅਜ਼ੀਮ ਹੋਏ ਜਿਹੜੇ, ਉਹਨੂੰ ਛੱਡ ਜੋ ਸਿਫਰ ਨਵੀਸੀ ਲੁਕਾਉਣਾ, ਦਿਲ ਡਾਢਾ ਹੀ ਦੁਖਦਾ। ਜਨਾਬ ਸਿਫਰ ਨਵੀਸ ਹਬੀਬੀ, ਅੱਲਾ ਨਿਗਹਿਬਾਨ ਹੋ ਤੁਸਾਂ ਤੇ ਜ਼ਿੰਦਾ ਦਿਲੀ ਦਾ ਜੋਸ਼ੋ ਜਨੂਨ ਮਾਇਨਾਜ਼ ਰੱਖੇ। ਆਇਨਾ ਕਾਫੀ ਬਦਕਲਾਮ ਹੋਇਆ ਨਜ਼ਰੀ ਆਉਂਦਾ ਪਿਆ ਈ, ਹਾਲਾਂਕਿ ਕਦੇ ਵੀ ਇਸ ਤੋਂ ਮੁਤਾਸਰ ਨਹੀਂ ਸਾਂ, ਪਰ ਇਨਸਾਨੀ ਤਵੱਕੋ ਨੂੰ ਨਜ਼ਰੇ ਗੌਰ ਰੱਖ ਕਰਦਿਆਂ ਇਨਸਾਨੀਅਤ ਦਾ ਇਖਲਾਕ ਜ਼ਰੂਰ ਕਾਇਮ ਦੇਖਣ ਦੀ ਖਵਾਹਿਸ਼ਮੰਦ ਸਾਂ। ਪਰ ਅਫਸੋਸ, ਸਦ ਅਫਸੋਸ, ਅਵਾਮੀ ਹਕੂਕ ਜ਼ਹਿਰੀ ਤੇ ਗੁੰਮਰਾਹ ਹੋਣ ਦੀ ਇੰਤਹਾ ਵਿੱਚੋਂ ਗੁਜ਼ਰ ਰਿਹਾ ਹੈ। ਹਸਤੀਆਂ ਦਾ ਆਪਸੀ ਇਖਤਲਾਫ ਹੁਣ ਪੂਰੀ ਕੌਮੀਅਤ ਨੂੰ ਖੇਰੂ ਖੇਰੂ ਕਰ ਰਿਹਾ ਹੈ। ਦਲੇਰ ਮਰਦਾਂ ਦੀ ਕੌਮ ਇਸ ਕਦਰ ਖੌਫਜ਼ਦਾ ਅਤੀਤ ਵਿੱਚ ਕਦੇ ਨਹੀਂ ਵੇਖੀ। ਹੁਣ ਤਾਂ ਤੁਪਕਾ ਵੀ ਡਿੱਗਦਾ ਏ ਤੇ ਨਸਲਕੁਸ਼ੀ ਨੂੰ ਯਾਦ ਕਰਦੇ ਰਤਕ ਮੁਖਾਲਫਤ ਨੂੰ ਕੌਮੀ ਖਤਰਾ ਗਰਦਾਨਿਆ ਜਾ ਰਿਹਾ, ਜਦਕਿ ਕੌਮੀ ਖਤਰੇ ਤਹਿਜ਼ੀਬ, ਜ਼ੁਬਾਨ ਤੇ ਅਕੀਦਤ ਦੇ ਬਿਲਕੁਲ ਵੀ ਨਹੀਂ ਵੇਖਦੇ। ਤਾਲੀਮੀ ਤਰਮੀਮ ਇੰਨੀ ਕਾਫੂਰ ਹੋਈ ਪਈ ਕਿ ਇੱਕ ਉਸਤਾਦ ਸਹਿਬਾਨਾਂ ਦੇ ਪਰਿਵਾਰ ਦਾ ਇੰਨਾ ਬੇਜ਼ਾਰੀ ਹਸ਼ਰ ਭਰਿਆ ਹੋਏਗਾ। ਇਹ ਆਪਣੇ ਤਬਕੇ ਦੀ ਖਿਦਮਤ ਦਾ ਸ਼ਰਮਨਾਕ ਪਹਿਲੂ ਹੈ। ਤੁਹਾਨੂੰ ਸ਼ਾਇਦ ਇਲਮ ਹੋਏਗਾ ਇਸ ਗੱਲ ਦਾ ਕਿ 2 ਸਾਲ ਸਿਫਰੁਦੀਨ ਦੇ ਅੱਬੂ ਸਾਡੇ ਸ਼ਹਿਰ ਰਹਿ ਕੇ ਗਏ। ਇੱਥੋਂ ਦੇ ਹਰ ਤਾਲੀਮੀ ਅਦਾਰੇ ਵਿੱਚ ਉਹਨਾਂ ਦੇ ਸੈਮੀਨਾਰ, ਗੁਫ਼ਤਗੂ ਦੇ ਦੌਰ ਚੱਲੇ। ਨਿੰਮੀ ਨੂੰ ਪੈਗਾਮ ਕਈ ਭੇਜੇ ਪਰ ਉਹ ਆਈ ਨਹੀਂ। ਆਦਤਨ ਜ਼ਿੱਦੀ, ਪਰ ਸ਼ਾਇਦ ਮੇਰੀ ਜ਼ਿੱਦ ਵੀ ਵੱਡੀ ਸੀ।
ਕਿਉਂਕਿ ਮੈਂ ਕਸਮ ਖਾਧੀ ਹੋਈ ਸੀ ਕਿ ਜਦੋਂ ਤੱਕ ਤੁਹਾਨੂੰ ਕੈਦ 'ਚੋਂ ਰਿਹਾ ਨਹੀਂ ਕਰਵਾ ਦਿੰਦੀ ਜਾਂ ਫਿਰ ਤੁਹਾਡੇ ਤੋਂ ਮਾफ़ੀ ਨਹੀਂ ਮੰਗਦੀ, ਮੈਂ ਉਹਨੂੰ ਬਿਲਕੁਲ ਵੀ ਮਾफ़ ਨਹੀਂ ਕਰ ਸਕਦੀ ਸੀ। ਸਿਤਮ ਦੀ ਗੱਲ ਇਹ ਕਿ ਕੈਨੇਡਾ ਵਿੱਚੋਂ ਆਨੰਦ ਕਾਰਜ ਕਰਵਾ ਕੇ ਹੁਣ ਤੱਕ ਆਪਣੀ ਇਕਰਾਰ ਨੂੰ ਪੂਰਾ ਨਹੀਂ ਕਰ ਸਕੀ, ਜਿਸ ਦਾ ਖਮਿਆਜ਼ਾ ਉਹ ਕੀ ਭੁਗਤੇਗੀ ਇਹ ਉਹ ਜਾਣੇ ਜਾਂ ਅੱਲਾ ਜਾਣੇ। ਹਾਲੇ ਤੱਕ ਮੇਰਾ ਦਿਲ ਨਹੀਂ ਕਰਦਾ ਕਿਸੇ ਨੂੰ ਵੀ ਮਿਲਣ ਦਾ, ਖੁਆਹਿਸ਼ ਵੀ ਨਹੀਂ, ਪਰ ਤੁਹਾਡੇ ਗੋਚਰੇ ਇੱਕ ਕੰਮ ਉਧਾਰੀ ਪਿਆਈ, ਉਸੇ ਦੀ ਮੰਗ ਲੈ ਕੇ ਖੱਤ ਘੱਲ ਰਹੀ ਹਾਂ। ਗੱਲ ਹਾਲਾਂਕਿ ਇਸਲਾਮਾਬਾਦ ਵਿੱਚ ਕਾਇਦੇ-ਆਜ਼ਮ ਯੂਨੀਵਰਸਿਟੀ ਵਿੱਚ ਹੋਈ ਸੀ, ਪਰ ਫਿਰ ਵੀ ਗਾਹੇ ਬਗਾਹੇ ਸਿਫਰੁਦੀਨ ਤਖੱਲਸ ਉੱਤੇ ਜ਼ਿਰਾ ਚੱਲਦੀ ਆਈ ਸੀ। ਫਲਸਫਿਆਂ ਦੀ ਜੰਗ ਬਹੁਤ ਬੇਤਰਤੀਬ ਰਹਿੰਦੀ ਹੈ। ਸੂਫੀਆਂ ਨੂੰ ਮੁਸਾਈ ਨਹੀਂ ਸੌਂਦੇ, ਈਸਾਈ ਯਹੂਦੀਆਂ ਨਾਲ ਰਲ ਮਿਲ ਦੁਨੀਆ ਦੀ ਬਾਕੀ ਸੱਭਿਅਤਾਵਾਂ ਨੂੰ ਨਿਗਲਣ ਮਾਰੇ ਖੁਦਾ ਤੇ ਖੁਦਾਈ ਨੂੰ ਸ਼ੈਤਾਨੀਅਤ ਨਾਲ ਰਲਵੇਂ ਰੂਪ ਵਿੱਚ ਜਿਉਂਦੇ ਆਏ ਨੇ। ਦਾਰਸ਼ਨਿਕ ਫਲਸਫੇ ਮਨੋਵਿਗਿਆਨ ਦੇ ਢਾਂਚੇ ਵਿੱਚ ਘੁਲੀ ਹੋਈ ਸਾਡੀ ਸਮਝ ਨੂੰ ਤਰਕ ਵਿਰੋਧ ਹੀ ਜਾਪਦਾ ਹੈ। ਹੁਣ ਸਜ਼ਾ ਯਾਫਤਾ ਕੈਦੀਆਂ ਵਾਂਗ ਅਸੀਂ ਜਦੋਂ ਪਰੇਸ਼ਾਨ ਹੁੰਦੇ ਹਾਂ, ਉਦੋਂ ਕਿਹੜਾ ਖੁਦਾ ਤੇ ਸ਼ੈਤਾਨੀ ਇਖਤਲਾਫ ਸਾਨੂੰ ਦਬਾ ਰਿਹਾ ਹੁੰਦਾ। ਸਿਰਫ ਤੇ ਸਿਰਫ ਇਨਸਾਨੀ ਜਿਣਸਾਂ ਨੇ ਸਾਡੀ ਕੌਮੀਅਤ ਦੇ ਬਹਾਨੇ ਇਨਸਾਨੀ ਤਹਿਜ਼ੀਬ ਨੂੰ ਮੁਖਤਲਿਫ ਕਰ ਦਿੱਤਾ। ਇਸ ਦਾ ਅੰਜਾਮ ਬੇਹੱਦ ਨਾਜ਼ੁਕ ਹੈ। ਨਜ਼ਾਕਤ ਨੂੰ ਸਮਝਦੇ ਹੋਏ ਸਿਵਾਏ ਅਲਫਾਜ਼ਾਂ ਦੀ ਬੰਦਿਸ਼ ਦੇ ਹੋਰ ਕੋਈ ਚਾਰਾ ਨਹੀਂ। ਇਹ ਗੱਲ ਬਿਲਕੁਲ ਵੀ ਨਹੀਂ ਕਿ ਅਲਫਾਜ਼ਨਾਮਿਆਂ ਦੀ ਕੋਈ ਘਾਟ ਹੋਵੇ। ਹਰ ਮਾਜ਼ੀ ਦੇ ਅਦਬ ਨਾਲ ਅਦੀਬਾਂ ਨੇ ਸਾਡੀ ਜ਼ਿੰਦਗੀ ਦੇ ਰਾਹ ਮਯਸਰ ਕੀਤੇ ਹੋਏ ਨੇ, ਪਰ ਮੌਜ਼ੂ ਫਿਰ ਵੀ ਉਲਝੇ ਪਏ ਨੇ। ਇੰਨੀ ਗੱਲ 100% ਮਨਜ਼ੂਰ ਸ਼ੁਦਾ ਹੈ ਕਿ ਸਾਡੇ ਰਾਹ ਬੇਰਾਹ ਨੇ। ਇਹਨਾਂ ਨੂੰ ਇਸ ਅਵਾਮ ਵਿੱਚ ਕਦੇ ਵੀ ਕਬੂਲ ਨਹੀਂ ਕੀਤਾ ਜਾਣਾ, ਕਿਉਂਕਿ ਇੱਥੇ ਹਰ ਅਹਿਸਾਸ ਨੂੰ ਗੈਬੀ ਨੂਰ ਦਾ ਇੰਤਖਾਬ ਦੱਸ ਕੇ ਖੁਦਾਵੰਦ ਦਾ ਫਰਮਾਨ ਕਿਹਾ ਜਾਂਦਾ ਹੈ। ਹਰ ਦਾਨਾਈ ਪਸੰਦ ਸ਼ਖਸੀਅਤ ਨੂੰ ਪੀਰ, ਔਲੀਆ, ਰੂਹਾਨੀਅਤ ਦੇ ਤਵੱਕੋ ਨਾਲ ਬੰਨਿਆ ਜਾਂਦਾ ਹੈ। ਫਿਰਦੌਜ਼ੀ ਤੋਂ ਸੁਕਰਾਤ ਤੇ ਮਸਲਾ ਦਰਾਏ ਖੈਬਰ ਤੋਂ ਦਖਲਅੰਦਾਜ਼ ਨਹੀਂ ਹੋ ਸਕੇ। ਤੇਰੇ ਇਲਮ ਦਾ ਮਸਲਾ ਨਾ ਤੌਹੀਦ ਹੈ ਔਰ ਨਾ ਬੁੱਤ ਪ੍ਰਸਤੀ, ਮਗਰ ਇੱਥੋਂ ਦੇ ਨਿਜ਼ਾਮ ਨੇ ਨਾਨਕਵਾਦ ਨੂੰ ਤੌਹੀਦ ਦਾ ਪੈਗੰਬਰ ਦੱਸਦੇ ਹੋਏ ਖੁਦਾਵੰਦ ਤਾਲਾ ਨੂੰ ਪਰਵਰਦਿਗਾਰ ਦੱਸਣ ਵਿੱਚ ਤੌਹੀਨ ਮੰਨੀ ਤੇ ਇੱਕ ਮਦਾਰੀ ਬਣਾ ਕੇ ਗੁਨਾਹਗਾਰ ਬਣਾ ਦਿੱਤਾ। ਇੱਥੋਂ ਦੇ ਹਰ ਸਹੀ ਗਲਤ ਵਿੱਚ ਹਿੱਸੇਦਾਰ। ਸੂਫੀਆਨਾ ਸ਼ਰ੍ਹਾ ਵੀ ਇਸ਼ਕ ਦੀ ਇਬਾਦਤ ਨੂੰ ਬਿਲਕੁਲ ਲਰਜ਼ਦਾਰ ਫਿਰਕੇ ਵਿੱਚ ਕੱਸ ਕੇ ਤਖੱਯਲ ਦੀ ਮੁਨਾਸਿਬ ਹੱਦ ਤੋਂ ਦੂਰ ਲੈ ਗਏ। ਨਤੀਜਤਨ ਇਸਲਾਮ ਦੇ ਮਨਸੂਬੇ ਵਿੱਚ ਵੀ ਨੇਸਤੋ ਨਾਬੂਦ ਕਰ ਦਿੱਤੇ ਗਏ। ਅੱਲਾਮਾ ਇਕਬਾਲ ਨੇ ਬੇਹੱਦ ਜ਼ਿਹਨੀ ਕੋਸ਼ਿਸ਼ਾਂ ਨਾਲ ਇਸਲਾਮ ਦੇ ਜ਼ਰਖੇਜ਼ ਸੰਗੀਨ ਮਸਲਿਆਂ ਨੂੰ ਖੁਲਾਸੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਅੱਲਾਮਾ ਇਕਬਾਲ ਦੀ ਤਮਾਮ ਕੋਸ਼ਿਸ਼ਾਂ ਨੂੰ ਹਿੰਦ ਦੇ ਮੁਸਲਮਾਨ ਸ਼ਾਇਦ ਯਾਦ ਵੀ ਨਹੀਂ ਰੱਖ ਸਕੇ। ਆਵਾਮ ਕਦੇ ਵੀ ਮੁਕੰਮਲ ਤੌਰ ਤੇ ਆਸ਼ਿਕ ਨਹੀਂ ਹੋ ਸਕਦਾ, ਇਸ ਲਈ ਤੁਸੀਂ ਜਿਸ ਅਦਬ ਦੇ ਅਦਾਕਾਰ ਹੋ ਉਹਨੂੰ ਮੁਕੰਮਲ ਕਰੋ। ਮੈਂ ਇੰਤਜ਼ਾਰ ਵਿੱਚ ਹਾਂ ਉਸ ਇਸ਼ਕ ਰਫੀਕੀ ਦੇ ਪੈਗਾਮ ਲਈ ਜਿਹੜਾ ਤਸਵੀਰਾਂ, ਰੰਗਾਂ, ਕਿਆਫਿਆਂ ਤੋਂ ਅਲੱਗ ਹੈ। ਮਾਹੌਲ ਸਿਰਫ ਸਿਆਸਤ ਨਹੀਂ ਵਿਗਾੜਦੀ, ਸਿਆਸਤ ਉਹੀ ਪੇਸ਼ ਕਰਦੀ ਹੈ ਜੋ ਰਿਆਇਆ ਕਬੂਲ ਕਰੇ। ਰਿਆਇਆ ਨਲਾਇਕ ਸੀ ਤਾਂ ਮੁਗਲ ਕਾਲ ਦੇ ਤਮਾਮ ਬੇਸ਼ਕੀਮਤੀ ਕੰਮਾਂ ਨੂੰ ਉਹਦੇ ਤੌਹੀਦ ਦੇ ਲਿਹਾਜ਼ ਨੇ ਬਰਬਾਦ ਕਰ ਦਿੱਤਾ। ਬਾਬਾ ਨਾਨਕ ਇਨਕਲਾਬ ਤੌਹੀਦ, ਇੱਕ ਖੁਦਾ ਤੋਂ ਅਲਹਿਦਾ ਪਰਵਰਦਿਗਾਰ ਕਾਦਰ ਅਜ਼ੀਮ ਕੁਦਰਤ ਤੋਂ ਅਲਹਿਦਗੀ ਕਬੂਲ ਨਹੀਂ, ਪਰ ਇਸ ਲਿਹਾਜ਼ ਨੂੰ ਹਿੰਦੂ ਕੁਸ਼ ਦੀ ਧਰਤੀ ਵਾਰ-ਵਾਰ ਬਰਬਾਦ ਹੋ ਕੇ ਜੰਗਨਾਮਿਆਂ ਵਿੱਚ ਖੁਆਰ ਹੋ ਕੇ ਪਾਕੀਜ਼ਗੀ ਤੋਂ ਅਲਹਿਦਾ ਹੋ ਗਈ। ਇਹਨੂੰ ਮੁੜ ਸਵਾਰਨਾ ਨਾਮੁਮਕਿਨ ਹੈ। ਕੌਮੀ ਮੁੱਦੇ ਨਹੀਂ, ਹੁਣ ਆਲਮੀ ਮਸਲਿਆਂ ਨੂੰ ਗੌਰ ਕਰਦੇ ਅਦਬ ਨੂੰ ਸੰਭਾਲ ਲਓ। ਵਕਤ ਬੇਮਜ਼ਾ ਹੈ, ਹਰ ਸ਼ੈ ਦਗੇਬਾਜ਼ ਹੈ। ਇਹ ਗੱਲ ਨਾਮਨਜ਼ੂਰ ਹੋਏਗੀ ਕਿ ਇੰਨਾ ਸਭ ਕੁਝ ਹੰਡਾਉਣ ਮਗਰੋਂ ਵੀ ਜੇ ਤਸਦੀਕੀ ਤਹਿਰੀਰ ਨਾ ਵਾਹੀ ਗਈ ਤਾਂ ਤਮਾਮ ਜ਼ਿੰਦਗੀ ਬੇਮਾਇਨੇ ਹੀ ਗਿਣੀ ਜਾਏਗੀ। ਇਹ ਮੇਰਾ ਪਹਿਲਾ ਤੇ ਆਖਰੀ ਖੱਤ ਹੈ, ਪਰ ਜਵਾਬ ਮੈਨੂੰ ਤੁਹਾਡੇ ਖੱਤ ਵਜੋਂ ਨਹੀਂ, ਮੁਕੰਮਲ ਸਿਫਰਨਾਮਾ ਚਾਹੀਦਾ ਹੈ। ਨਹੀਂ ਤਾਂ ਤੇਰੀ ਮੌਤ ਦੀ ਖਬਰ ਉੱਤੇ ਮੈਨੂੰ ਕੋਈ ਅਫਸੋਸ ਨਹੀਂ ਹੋਏਗਾ। ਸਿਫਰ ਯਾਦ ਰਹੇ। ਕਾਹੀਆਂ ਦੇ ਬਾਗਾਂ 'ਚੋਂ ਫੁਹਾਰੇ ਸੁੱਕ ਜਾਣਗੇ, ਕਾਹੀਆਂ ਦੇ ਬਾਗਾਂ 'ਚੋਂ ਫੁਹਾਰੇ ਸੁੱਕ ਜਾਣਗੇ, ਆਬਸ਼ਾਰਾਂ ਝੀਲਾਂ ਦੇ ਨਜ਼ਾਰੇ ਲੁਕ ਜਾਣਗੇ। ਜਿੰਨਾ ਚਿਰ ਤੂੰ ਰਹਿਣਾ ਅਸੀਂ ਰਹਿਣਾ ਕੂਕਦੇ, ਉਦੋਂ ਪਿੱਛੋਂ ਵੇਖ ਲਈ ਨਗਾਰੇ ਠੁੱਕ ਜਾਣਗੇ। ਮਹਿਕ ਦੀ ਕਿਆਰੀ ਗੁੱਲ ਮੋਤੀਏ ਦੇ ਬਾਗ ਦੀ, ਸਾਨੂੰ ਵੀ ਉਡੀਕ ਤੇਰੇ ਕੀਤੇ ਹੋਏ ਬੈਰਾਗ ਦੀ। ਫਿਰ ਝੂਠ ਵਾਲੇ ਹਾਸੇ ਦੇ ਪਸਾਰੇ ਟੁੱਕ ਜਾਣਗੇ।
ਹੌਸਲੇ ਅਦਾਵਤਾਂ ਤੋਂ ਹੋਣੀਆਂ ਨਹੀਂ ਮਾਫੀਆਂ, ਅਸੀਂ ਝੱਲੀ ਜਾਂਦੇ ਆਏ ਮੁੱਢੋਂ ਨਾ ਇਨਸਾਫੀਆਂ, ਸਾਹਮਣੇ ਬਹਿ ਤਖਤ ਵਿਚਾਰੇ ਝੁਕ ਜਾਣਗੇ, ਮੈਂ ਦੀਨ ਦੁਨੀ ਵਾਸਤੇ ਨਾ ਕਰਾਂ ਤੈਨੂੰ ਹਾੜਾ ਵੇ, ਜ਼ਿੰਦਗੀ ਜਿਉਣ ਦਾ ਮਹਿੰਗਾ ਹੁੰਦਾ ਭਾੜਾ ਵੇ, ਤੂੰ ਲਿਖੀ ਚੱਲ ਲੋਕਾਂ ਦੇ ਹੁੰਗਾਰੇ ਮੁੱਕ ਜਾਣਗੇ, ਸੱਦਾ ਤੈਨੂੰ ਵੰਡਿਆ ਨਾ ਵੇ ਕਲਮ ਘੜੀਸ ਤੂੰ, ਨੇ ਲੋਕੀ ਅੰਨੇ ਭਾਵੇਂ ਪਰ ਹੈ ਸਿਫਰ ਨਵੀਸ ਤੂੰ, ਵੇ ਹੌਲੀ ਹੌਲੀ ਮੇਰੇ ਵੀ ਇਸ਼ਾਰੇ ਰੁਕ ਜਾਣਗੇ, ਘਾਹੀਆਂ ਦੇ ਬਾਗਾਂ 'ਚ ਫੁਹਾਰੇ ਸੁੱਕ ਜਾਣਗੇ। ਕਹਿਣ ਨੂੰ ਕਹੋਗੇ ਨੂਰ ਕੀ ਕਹਿ ਰਹੀ ਹੈ, ਪਰ ਜੇ ਮੇਰੀ ਗੱਲਾਂ ਮਜ਼ਾਕ ਲੱਗਣ ਤਾਂ ਨਿੰਮੀ ਦੇ ਅੱਬੂ ਤੋਂ ਸਾਰੀ ਹਕੀਕਤ ਪੁੱਛ ਲੈਣਾ। ਮੇਰੀ ਗੁਜ਼ਾਰਿਸ਼ ਉੱਤੇ ਗੌਰ ਕਰੋਗੇ ਇੰਨਾ ਮੈਨੂੰ ਪਤਾ ਹੈ, ਇਸੇ ਲਈ ਹੁਣ ਇੱਕੋ ਇਕਰਾਰ ਕਰਦੀ ਹਾਂ, ਮੇਰੀ ਰਬਾਬ ਹੁਣ ਫੇਰ ਵੱਜੇਗੀ, ਅੱਲਾ ਫਜ਼ਲ ਕਰੇ, ਆਮੀਨ। ਬੇਗਮ ਨੂਰ ਜ਼ੁਨੈਨਾ, ਲਾਹੌਰ, ਪੰਜਾਬ। ਇਹ ਖਤ ਕੈਨੇਡਾ ਵਿੱਚ ਚਰਨਪ੍ਰੀਤ ਸਿੰਘ ਨੂੰ ਪਹੁੰਚਦਾ ਹੈ ਫੈਕਸ ਰਾਹੀਂ, ਤੇ ਚਰਨਪ੍ਰੀਤ ਆਪਣੇ ਕਮਰੇ ਵਿੱਚੋਂ ਬਾਹਰ ਤੇਜ਼ੀ ਨਾਲ ਨਿਕਲਦਾ ਹੋਇਆ ਆਇਆ। ਪ੍ਰਦੀਪ ਕਹਿੰਦੀ, ਹਾਂਜੀ ਕੀ ਹੋਇਆ, ਇੰਨੇ ਸਾਹੋ ਸਾਹੇ ਕਾਹਤੇ ਹੋ? ਚਰਨਪ੍ਰੀਤ ਕਹਿੰਦਾ, ਆਹ ਦੇਖ ਕੀ ਖਬਰ ਚੱਲਦੀ ਪਈ ਹੈ। ਬਰੈਂਪਟਨ ਵਿੱਚ ਇੱਕ ਨੌਜਵਾਨ ਵਕੀਲ ਚਰਨਜੀਤ ਸਿੰਘ ਨੂੰ ਉਸਦੀ ਪਾਕਿਸਤਾਨੀ ਬੀਵੀ ਵੱਲੋਂ ਗੋਲੀ ਮਾਰ ਕੇ ਕਤਲ ਦੀ ਖਬਰ। ਲਾਸ਼ ਨੂੰ ਕਤਲ ਤੋਂ ਬਾਅਦ ਘਰ ਤੋਂ ਬਾਹਰ ਟੰਗ ਕੇ ਖੁਦ ਆਤਮ ਸਮਰਪਣ ਕੀਤਾ ਉਸਨੇ। ਪ੍ਰਦੀਪ ਕੌਰ ਚੁੱਪਚਾਪ ਖਬਰ ਵੇਖਦੀ ਰਹੀ। ਉਧਰ ਈਮੇਲ ਆਈ ਲਾਹੌਰ ਤੋਂ, ਜਿਸ ਵਿੱਚ ਲਿਖਿਆ ਸੀ, ਸਿਫਰ ਨਵੀਸ ਤੱਕ ਇਹ ਪੈਗਾਮ ਹਰ ਹਾਲ ਪਹੁੰਚਾਇਆ ਜਾਵੇ। ਪ੍ਰਦੀਪ ਤੇ ਚਰਨਪ੍ਰੀਤ ਦੋਵੇਂ ਪੜ੍ਹਨ ਬੈਠੇ ਉਹਨਾਂ ਅੱਖਰਾਂ ਨੂੰ, ਉਹਨਾਂ ਭਾਵਾਂ ਨੂੰ ਫਿਰ ਹਿੰਦੁਸਤਾਨ ਭੇਜ ਦਿੰਦੇ ਨੇ ਉਸ ਦਾ ਸੁਨੇਹਾ। ਪਰ ਚਰਨਜੀਤ ਦੀ ਮੌਤ ਦੇ ਮਗਰੋਂ ਰੇਸ਼ਮ ਸਿੰਘ ਨੇ ਇਲਜ਼ਾਮ ਚੱਕ ਲਏ ਕਿ ਇਹ ਕਤਲ ਸਿਫਰ ਦੇ ਕਹਿਣ ਉੱਤੇ ਹੋਇਆ, ਪਾਲੀ ਦੇ ਕਹਿਣ ਉੱਤੇ ਹੋਇਆ। ਕੋਰਟ ਵਿੱਚ ਨਿੰਮੀ ਨੇ ਸਾਫ਼ ਲਿਖ ਦਿੱਤਾ ਕਿ ਉਹ ਕਤਲ ਦੇ ਕਾਰਨ ਕਿਸੇ ਕੀਮਤ ਉੱਤੇ ਨਹੀਂ ਦੱਸੇਗੀ, ਸਜ਼ਾ ਜਿੰਨੀ ਮਰਜ਼ੀ ਮਹਿੰਗੀ ਲੱਗੇ ਉਹ ਭੁਗਤਣ ਨੂੰ ਤਿਆਰ ਹੈ। ਪਹਿਲੀ ਪੇਸ਼ੀ ਦੇ ਇਸ ਬਿਆਨ ਨੇ ਕੋਰਟ ਨੂੰ ਮੁਸ਼ਕਲਾਂ ਵਿੱਚ ਪਾ ਦਿੱਤਾ। ਉਹਨਾਂ ਨੇ ਨਿੰਮੀ ਨੂੰ ਮਨੋਚਿਕਿਤਸਕ ਕੋਲ ਭੇਜਣ ਦੇ ਹੁਕਮ ਦੇ ਦਿੱਤੇ, ਜੋ ਉਹਦੇ ਤੋਂ ਹਰ ਹੀਲੇ ਸੱਚ ਉਗਲਵਾ ਲਵੇ। 1.5 ਮਹੀਨੇ ਬਾਅਦ ਅਗਲੀ ਤਾਰੀਖ ਨਿਸ਼ਚਿਤ ਕੀਤੀ ਗਈ। ਚਰਨਜੀਤ ਦਾ ਵਕੀਲ ਟੋਰਾਂਟੋ ਵਿੱਚ ਪ੍ਰਦੀਪ ਨੂੰ ਸੰਪਰਕ ਕਰਦਾ ਹੈ। ਗੱਲਾਂ ਬਾਤਾਂ ਦਾ ਸਿਲਸਿਲਾ ਚੱਲਿਆ। ਵਕੀਲ ਕਹਿੰਦਾ, ਦਰਅਸਲ ਨਿਰਮਲਪ੍ਰੀਤ ਕੌਰ ਪੁਲਿਸ ਨਾਲ ਕੋਆਪਰੇਟ ਨਹੀਂ ਕਰ ਰਹੀ। ਉਹ ਸਮਝਣਾ ਨਹੀਂ ਚਾਹ ਰਹੀ ਕਿ ਇੱਥੇ ਸਿਰਫ ਕਤਲ ਹੀ ਨਹੀਂ, ਬਲਕਿ ਜਿਸ ਬੇਰਹਿਮੀ ਨਾਲ ਕਤਲ ਕਰਕੇ ਉਸ ਕਤਲ ਦਾ ਮੁਜ਼ਾਹਰਾ ਕੀਤਾ ਗਿਆ ਘਰੋਂ ਬਾਹਰ, ਉਸ ਨੂੰ ਇੱਥੇ ਦਾ ਕਾਨੂੰਨ ਆਪਣੇ ਉੱਤੇ ਵੰਗਾਰ ਸਮਝਦਾ ਹੈ। ਸਭ ਤੋਂ ਵੱਡੀ ਦਿੱਕਤ ਇਹ ਕਿ ਉਸ ਦੀ ਕੌਮੀਅਤ ਪਾਕਿਸਤਾਨ ਦਰਜ ਹੈ। ਅਸੀਂ ਹੋਰ ਮੁਸ਼ਕਲਾਂ ਵਿੱਚ ਫਸ ਚੁੱਕੇ ਹਾਂ। ਤੁਹਾਡੇ ਤੋਂ ਇਹ ਜਾਣਨਾ ਚਾਹੁੰਦੇ ਹਾਂ ਕਿ ਹਾਲ ਹੀ ਵਿੱਚ ਆਈ ਕਿਤਾਬ ਅੰਦਰ ਇਹਨਾਂ ਬਾਰੇ ਜਾਣਕਾਰੀ ਪਾਈ ਗਈ ਹੈ। ਕੀ ਤੁਸੀਂ ਇਹਨਾਂ ਬਾਰੇ ਮਦਦ ਕਰ ਸਕਦੇ ਹੋ? ਪ੍ਰਦੀਪ ਕਹਿਣ ਲੱਗੀ, ਅਸੀਂ ਇਹਨਾਂ ਨੂੰ ਕਦੇ ਵੀ ਨਹੀਂ ਮਿਲੇ। ਕਿਤਾਬ ਵਿੱਚ ਖਰੜਾ ਇੰਦਰਪਾਲ ਸਿੰਘ ਵੱਲੋਂ ਲਿਖਿਆ ਗਿਆ ਸੀ, ਜਿਸ ਨੂੰ ਆਪਣੇ ਹਿਸਾਬ ਨਾਲ ਲਿਖਿਆ ਗਿਆ ਹੈ, ਪਰ ਸਮੇਤ ਇੰਦਰਪਾਲ ਸਿੰਘ ਦੇ ਹਜੇ ਤੱਕ ਇਸ ਦੇ ਕਿਸੇ ਪਾਤਰ ਨੂੰ ਮਿਲੇ ਨਹੀਂ ਹਾਂ, ਗੁਰਮੀਤ ਨੂੰ ਛੱਡ ਕੇ। ਵੈਸੇ ਵੀ ਸਾਹਿਤ ਕਦੋਂ ਕਚਹਿਰੀਆਂ ਦੇ ਮਸਲੇ ਨਿਬੇੜਨ ਬਹਿ ਗਿਆ? ਤੁਸੀਂ ਇਸ ਸੰਬੰਧੀ ਕੋਈ ਕਾਨੂੰਨੀ ਨੁਕਤੇ ਸਮਝ ਵਿਚਾਰ ਲਓ। ਅਸੀਂ ਬਿਲਕੁਲ ਵੀ ਟਿੱਪਣੀ ਨਹੀਂ ਕਰ ਸਕਦੇ। ਵਕੀਲ ਕਹਿੰਦਾ, ਦੇਖੋ ਤੁਹਾਡੀ ਮਰਜ਼ੀ ਆਪਣੀ ਹੈ। ਵੈਸੇ ਵੀ ਨਾ ਤਾਂ ਸਜ਼ਾ ਮਾਫ ਹੋਣੀ ਉਸਦੀ, ਤੇ ਨਾ ਹੀ ਅਸੀਂ ਕੋਈ ਹੋਰ ਚਾਰਾ ਚਲਾਉਣਾ, ਪਰ ਉਹਨੂੰ ਮਾਨਸਿਕ ਪਰੀਖਣ ਦੇ ਜਿਹੜੇ ਦੌਰ ਵਿੱਚ ਲੈ ਗਏ ਨੇ, ਉਹਦੇ 'ਚ ਮਰਨ ਤੋਂ ਬਦਤਰ ਕੀਤਾ ਜਾਏਗਾ ਹਾਲ। ਹੋਰ ਕੁਝ ਨਾ ਸਹੀ, ਪਰ ਮਾਨਸਿਕ ਰੋਗਾਂ ਦੇ ਵਿਗੜੇ ਹਾਲਾਤ ਤੇ ਆਮ ਗੁਨਾਹਗਾਰ ਤੋਂ ਬਾਗੀ ਕਾਤਲ ਹੁੰਦੇ ਮੁੰਡੇ ਕੁੜੀਆਂ ਬਹੁਤ ਵੇਖੇ ਨੇ ਮੈਂ। ਤੁਹਾਡੇ ਤੋਂ ਇਲਾਵਾ ਕੋਈ ਰਸਤਾ ਨਹੀਂ ਮਿਲਿਆ ਮੈਨੂੰ, ਤੇ ਯਕੀਨ ਵੀ ਹੈ ਤੁਸੀਂ ਨਾ ਸਹੀ, ਇੰਦਰਪਾਲ ਸਿੰਘ ਮੇਰੀ ਜ਼ਰੂਰ ਮਦਦ ਕਰਨਗੇ। ਪ੍ਰਦੀਪ ਕਹਿਣ ਲੱਗੀ, ਠੀਕ ਹੈ, ਮੈਂ ਇੰਦਰਪਾਲ ਸਿੰਘ ਤੱਕ ਸੰਪਰਕ ਕਰਨ ਦੀ ਕੋਸ਼ਿਸ਼ ਕਰਕੇ ਆਪ ਜੀ ਨੂੰ ਇਤਲਾਹ ਕਰਦੀ ਹਾਂ। ਵਕੀਲ ਦੇ ਤੁਰ ਜਾਣ ਮਗਰੋਂ ਚਰਨਪ੍ਰੀਤ ਸਿੰਘ ਨਾਲ ਗੱਲ ਕਰਦੀ ਹੋਈ ਪ੍ਰਦੀਪ ਨੇ ਕਿਹਾ ਕਿ ਜੇਕਰ ਹਰਚਰਨ ਸਿੰਘ ਨੂੰ ਇੱਥੇ ਬੁਲਾਇਆ ਜਾਵੇ ਤਾਂ ਸ਼ਾਇਦ ਨਿੰਮੀ ਕੁਝ ਠੀਕ ਵਿਵਹਾਰ ਕਰੇ। ਪਰ ਮਸਲਾ ਪੰਜਾਬ ਬੈਠੇ ਰੇਸ਼ਮ ਸਿੰਘ ਦਾ ਸੀ, ਜੋ ਬਜਾਏ ਚਰਨਜੀਤ ਦਾ ਸੰਸਕਾਰ ਕਰਨ ਆਉਣ ਦੇ ਉੱਥੇ ਮੀਡੀਆ ਵਿੱਚ ਜੰਗ ਲੜ ਰਿਹਾ ਸੀ ਕਿ ਸਿਫਰ ਨਵੀਸ ਦੇ ਹੱਥ ਠੋਕੇ ਲਿਖਾਰੀ ਉੱਥੇ ਟੋਰਾਂਟੋ ਰਹਿੰਦੇ ਨੇ।
ਜਿਨ੍ਹਾਂ ਦੇ ਇਸ਼ਾਰੇ ਤੇ ਨਾ ਸਿਰਫ ਕਤਲ ਹੋਇਆ ਬਲਕਿ ਬਰੀ ਵੀ ਕਰਵਾ ਲਿਆ ਜਾਏਗਾ। ਇਹਨਾਂ ਦਾ ਜ਼ੋਰ ਲੱਗਿਆ ਕਿ ਸਰਕਾਰੀ ਸ਼ਹਿ ਤੋਂ ਬਗੈਰ ਨੇ, ਪਰ ਫਿਰ ਵੀ ਭੇਦ ਖੁੱਲ੍ਹ ਹੀ ਜਾਣਗੇ। ਟੀਵੀ ਉੱਤੇ ਇਹ ਖਬਰ ਚੱਲ ਰਹੀ ਸੀ ਤਾਂ ਗੁਰਮੀਤ ਤੇ ਇੰਦਰਪਾਲ ਸਿੰਘ ਬੋਲਾਂਪੁਰ ਘਰ ਵਿੱਚ ਬੈਠੇ ਸੀ। ਖਬਰ ਸੁਣਦੇ ਸਾਰ ਪਾਲੀ ਦਾ ਹਾਸਾ ਨਿਕਲ ਆਇਆ। ਗੁਰਮੀਤ ਖਿਝ ਕੇ ਬੋਲੀ, ਤੂੰ ਕਿੱਡਾ ਜਾਹਿਲ ਬੰਦਾ, ਆਪ ਦੇ ਮੁੰਡੇ ਦੀ ਮੌਤ ਦਾ ਨਜ਼ਲਾ ਨੂੰਹ ਉੱਤੇ ਲਾਉਣ ਦੀ ਬਜਾਏ ਸਾਡੇ ਉੱਤੇ ਲਾਉਣ ਨੂੰ ਫਿਰਦਾ। ਹੱਦ ਹੈ। ਪਾਲੀ ਕਹਿੰਦਾ, ਕੋਈ ਗੱਲ ਨਹੀਂ ਤਾਇਆ ਜੀ, ਲੀੜੇ ਲੱਤੇ ਬੰਨੋ, ਉਹੀ ਨਿੰਮੀ ਨੂੰ ਮਨਾਉਣਗੇ। ਚਰਨਜੀਤ ਨੂੰ ਮਾਰਨਾ ਕਿਸੇ ਵੀ ਗੱਲ ਦਾ ਹੱਲ ਨਹੀਂ ਸੀ। ਆਪ ਹੀ ਉਸ ਨੂੰ ਵਰਤਣ ਦੀ ਨੀਅਤ ਰੱਖੀ ਸੀ, ਮੈਨੂੰ ਜੇਲੋਂ ਬਾਹਰ ਕਢਵਾਉਣ ਲਈ ਉਹਨੇ, ਪਰ ਮੈਂ ਉਹਦੀ ਇੱਕ ਨਾ ਚੱਲਣ ਦਿੱਤੀ। ਕਾਇਦੇ ਕਾਨੂੰਨਾਂ ਵਿੱਚ ਦੰਭ ਨਹੀਂ ਚੱਲਦੇ। ਪਰ ਫਿਲਹਾਲ ਰੇਸ਼ਮ ਸਿੰਘ ਦੀ ਕਿਸੇ ਗੱਲ ਦਾ ਜਵਾਬ ਸਿਰਫ ਇੰਨਾ ਹੈ ਕਿ ਇੱਕ ਬਾਪੂ ਆਪਣੀ ਧੀ ਨੂੰ ਮਿਲਣ ਜ਼ਰੂਰ ਜਾਏਗਾ। ਨਾਲੇ ਵੈਸੇ ਵੀ ਨੂਰ ਕਰਕੇ ਨਿੰਮੀ ਤਾਇਆ ਜੀ ਦੇ ਸਾਹਮਣੇ ਨਹੀਂ ਗਈ। ਉਹਦੀ ਗੱਲ ਵਿੱਚੇ ਟੁੱਕ ਕੇ ਗੁਰਮੀਤ ਨੂੰ ਕੁਝ ਯਾਦ ਆਇਆ। ਕਹਿਣ ਲੱਗੀ, ਵੀਰੇ ਨੂਰ ਦਾ ਖਤ ਆਇਆ ਸੀ, ਕੱਲ ਪ੍ਰਦੀਪ ਨੇ ਭੇਜਿਆ, ਪੜ੍ਹੀ ਉਹਨੂੰ ਵੀ, ਖਾਸ ਅਰਜ਼ ਕੀਤੀ ਹੋਈ ਹੈ ਤੇਰੇ ਤਾਈਂ। ਪਾਲੀ ਕਹਿਣ ਲੱਗਾ, ਉਹਦੀ ਅਰਜ਼ ਗੁਜ਼ਾਰਿਸ਼ਾਂ ਨੂੰ ਪੜ੍ਹਨ ਦੀ ਹਜੇ ਵੇਲ ਹੈ ਨਹੀਂ ਮੇਰੇ ਕੋਲ, ਮੈਨੂੰ ਮੇਰੇ ਹਿੱਸੇ ਦਾ ਕੰਮ ਕਰਨ ਦਿਓ। ਉਹਨੇ ਜਦੋਂ ਆਪਣੀ ਜ਼ਿੱਦ ਪੁਗਾਉਣੀ ਸੀ ਉਹ ਪੁਗਾ ਲਈ, ਫਿਰ ਮੈਂ ਕੌਣ ਹਾਂ ਉਹਦਾ ਹੁਕਮ ਮੰਨਣ ਵਾਲਾ। ਗੁਰਮੀਤ ਕਹਿੰਦੀ, ਉਹਨੇ ਅਜਿਹਾ ਕੀ ਕੀਤਾ ਸੀ? ਪਾਲੀ ਪਿਛਲੇ ਇੱਕ ਵੇਰਵੇ ਤੋਂ ਪਰਦਾ ਚੁੱਕਦਾ। ਉਹਨੂੰ ਕਿਹਾ ਸੀ ਮੈਂ ਕਿ ਨਿੰਮੀ ਨੂੰ ਮੰਦਾ ਚੰਗਾ ਕਹਿਣ ਦਾ ਉਹਦਾ ਜਾਂ ਮੇਰਾ ਕੋਈ ਹੱਕ ਨਹੀਂ ਬਣਦਾ। ਜਿੰਨਾ ਸਾਡਾ ਸਰੋਕਾਰ ਸੀ ਅਸੀਂ ਓਨਾ ਹੀ ਕਰ ਸਕਦੇ ਸਾਂ, ਤੇ ਉਹਨੂੰ ਸਾਡੇ ਉੱਤੇ ਜਿੰਨਾ ਕੁ ਭਰੋਸਾ ਸੀ ਉਹ ਓਨਾ ਕੁ ਹੀ ਸਾਥ ਦੇ ਸਕਦੀ ਸੀ। ਇਹਦੇ 'ਚ ਰੋਸ ਕਾਹਦਾ? ਜਿੰਨੀ ਔਕੜਾਂ 'ਚ ਅਸੀਂ ਜ਼ਿੰਦਗੀ ਕੱਢੀ ਹੈ, ਉਹਨੇ ਵੀ ਕੋਈ ਸੁੱਖ ਦੀ ਨੀਂਦਰ ਤੇ ਨਾ ਮਾਣੀ। ਤਾਇਆ ਜੀ ਨੇ ਵੀ ਉਦੋਂ ਜਿਹੜੀ ਜ਼ਿੱਦ ਫੜੀ ਸੀ ਉਹ ਵੀ ਨਾਗਵਾਰ ਗੁਜ਼ਰੀ ਸੀ ਮੈਨੂੰ, ਤੇ ਮਗਰੋਂ ਇਹ ਨੂਰ। ਜ਼ਿੱਦੀ ਦਿਮਾਗਾਂ ਨੇ ਮੇਰੇ ਇਸ ਕੰਡਿਆਲੇ ਰਾਹ ਉੱਤੇ ਕੋਈ ਹੋਕਾ ਕਬੂਲ ਨਹੀਂ ਕੀਤਾ, ਤੇ ਨਾ ਹੁਣ ਮੈਂ ਇਹਨਾਂ ਦਾ ਕੋਈ ਹੋਕਾ ਕਬੂਲ ਕਰਾਂਗਾ। ਇੰਨਾ ਯਾਦ ਰਹੇ। ਵਾਰ ਇੱਕ ਚੱਲੀ ਹੈ ਜਿਹੜੀ ਪਾਲੀ ਕਹਿੰਦਾ ਅੱਜ ਦੇ ਐਪੀਸੋਡ ਦੀ ਤੱਤਸਾਰ ਦੀ ਵਾਰ ਹੈ। ਇਹਨੂੰ ਸੁਣਨਾ ਤੇ ਜਾਣਨਾ ਜ਼ਰੂਰੀ ਹੈ। ਰੇਤ ਵੀ ਉਲਾਂਬੇ ਦੱਸ ਕਿੰਨੀ ਵਾਰ ਸਾਂਭੇ, ਵੇਖ ਲਹਿਰਾਂ ਵੀ ਆਈਆਂ ਤੇ ਬੜਾ ਹੜ ਵਹਿ ਗਿਆ। ਰੇਤ ਵੀ ਉਲਾਂਬੇ ਦੱਸ ਕਿੰਨੀ ਵਾਰ ਸਾਂਭੇ, ਵੇਖ ਲਹਿਰਾਂ ਵੀ ਆਈਆਂ ਤੇ ਬੜਾ ਹੜ ਵਹਿ ਗਿਆ। ਮੈਂ ਲਿਖਦੀ ਰੁਬਾਈ ਤੇ ਉਹ ਵੀ ਤੁਰੇ ਬੇਵਫਾਈ, ਨਾਲ ਵਫਾ ਦਾ ਗੁਬਾਰ ਚੜ ਲੈ ਗਿਆ। ਤਿੱਖੇ ਦਰਦਾਂ ਦੇ ਭੇਖ ਵਿੱਚ ਗੱਡ ਦਿੱਤੀ ਮੇਖ, ਤੇ ਸਾਹਮਣੇ ਹੀ ਵੈਰੀ ਫਿਰ ਖੜ ਟਹਿ ਗਿਆ। ਸਿਫਰ ਵੇ ਰੂਹਾਂ ਤਾਂ ਮੇਰੀਆਂ ਭੁੱਲੀਆਂ ਬਰੂਹਾਂ, ਤੇ ਹੁਣ ਕੋਈ ਹੋਰ ਇਲਜ਼ਾਮ ਮੱਥੇ ਮੜ ਬਹਿ ਗਿਆ। ਕਲਮੇ ਕੁਫਰਾਂ ਦੇ ਪੜ੍ਹ ਕੇ ਘਰ ਵਿੱਚ ਸਭ ਦੇ ਨਾਲ ਲੜ ਕੇ, ਜਿਉਂਦੇ ਕਈ ਸੱਪ ਵੇ ਜ਼ਹਿਰੀ, ਗਲੀਆਂ ਵਿੱਚ ਛੱਡਦੀ ਅੜਿਆ। ਗੁੰਬਦ ਵਿੱਚ ਗੀਤ ਜਿਹੇ ਪੜ੍ਹ ਕੇ, ਟੱਲੀਆਂ ਤੇ ਟੱਲ ਵੀ ਖੜਕੇ, ਬੂਹੇ ਤੇ ਖੜ ਗਏ ਸ਼ਹਿਰੀ, ਤਲੀਆਂ ਰੂਹ ਅੱਡਦੀ ਅੜਿਆ। ਸੁਣ ਲੈ ਤੂੰ ਸਿਫਰ ਸ਼ਾਹਾਵੇ, ਦਹਿਸ਼ਤ ਜਿੰਦ ਕੱਢਦੀ ਅੜਿਆ। ਸੁਣ ਲੈ ਤੂੰ ਸਿਫਰ ਸ਼ਾਹਾਵੇ। ਖਤਰੇ ਤੋਂ ਬਾਹਰ ਨਿਕਲ ਕੇ ਵੱਧਦੇ ਨਿਤ ਖਤਰੇ ਵੇ, ਸੁਣਿਆ ਕੁਝ ਲੋਕ ਵੀ ਭੋਲੇ, ਨੀਅਤ ਦੇ ਚਤਰੇ ਵੇ। ਚਤਰਾਈਆਂ ਰਲ ਮਿਲ ਮਿੱਟੀ ਵੇ, ਹਿੰਮਤ ਵੇਖ ਦੁੱਧ ਚਿੱਟੀ। ਢੇਰੀ ਢਾਹ ਕੇ ਕੁਝ ਬੈਠੇ ਨੇ, ਰੇਤੇ ਦੀ ਖੱਡ ਦੀ ਅੜਿਆ। ਸੁਣ ਲੈ ਤੂੰ ਸਿਫਰ ਸ਼ਾਹਾਵੇ। ਗੰਦਲੇ ਜਿਹੇ ਮੌਸਮ ਲੱਗਦੇ, ਨਖਰੇ ਵੀ ਚੱਕਣ ਨਾ, ਸਹਿੰਦੇ ਜਿਹੇ ਬੋਲਾਂ ਦੇ ਵਿੱਚ ਬੜਕਾਂ ਨੂੰ ਤੱਕਣ ਨਾ। ਉੱਚੀ ਆਵਾਜ਼ਾਂ ਕਰਕੇ ਵੇ, ਕੰਨਾਂ ਤੇ ਹੱਥ ਨੂੰ ਧਰ ਕੇ, ਵੇਕਾਂ ਨਾ ਲਾਵੀਂ ਬਾਬਾ, ਪੀੜ ਪਵੇ ਹੱਡ ਦੀ ਅੜਿਆ। ਸੁਣ ਲੈ ਤੂੰ ਸਿਫਰ ਸ਼ਾਹਾਵੇ। ਖੁੱਲੇ ਖੁੱਲੇ ਰਾਹਾਂ ਉੱਤੇ ਧਰਦੇ ਨੇ ਪੱਬ ਵੀ ਦੂਣੇ, ਖੁੱਲੇ ਖੁੱਲੇ ਰਾਹਾਂ ਉੱਤੇ ਧਰਦੇ ਨੇ ਪੱਬ ਵੀ ਦੂਣੇ। ਆਕੜ ਵੀ ਮਾਣ ਤੋਂ ਬਾਹਰੀ, ਉਦਾਂ ਨੇ ਬੜੇ ਨਿਗੂਣੇ।
ਰਾਹਾਂ ਦੀ ਔਕੜ ਭੰਨੀ ਵੇ, ਖੰਜਰਾਂ ਦੀ ਚੌਕੜ ਭੰਨੀ। ਪਾਣੀ ਵਿੱਚ ਡਾਂਗ ਨਾ ਮਾਰੀ, ਨੀਅਤ ਬੁਰੀ ਡੱਡ ਦੀ ਅੜਿਆ। ਸੁਣ ਲੈ ਤੂੰ ਸਿਫਰ ਸ਼ਹਾਵੇ। ਖੁੰਬਾਂ ਦੇ ਭਾਅ ਵਿਕਦੇ ਨੇ, ਚਾਹ ਸਾਡੇ ਕੂੜ ਕੁਸੱਤੇ। ਖੁੰਬਾਂ ਦੇ ਭਾਅ ਵਿਕਦੇ ਨੇ, ਚਾਹ ਸਾਡੇ ਕੂੜ ਕੁਸੱਤੇ। ਪੈਰੀਂ ਸ਼ੱਕ ਵਾਲੇ ਕੰਡੇ ਨੇ, ਸਿਰ ਰੇਤੇ ਤੱਤੇ ਤੱਤੇ। ਲਹੂ ਡੁੱਲੇ ਬੇਪਰਵਾਹਾ, ਬੇੜੀ ਨੂੰ ਠੱਲ ਮਲਾਹਾ। ਲਿਖਦੀ ਓ ਨੀਲ ਸਿਫਰ ਵੇ, ਸੰਗਲ ਨਹੀਂ ਵੱਢਦੀ ਅੜਿਆ। ਸੁਣ ਲੈ ਤੂੰ ਸਿਫਰ ਸ਼ਹਾਵੇ, ਦਹਿਸ਼ਤ ਜਿੰਦ ਕੱਢਦੀ ਅੜਿਆ। ਨਿੰਮੀ ਦਾ ਇਹ ਬੋਲ ਹੈ ਤੇ ਅੱਗੇ ਦ੍ਰਿਸ਼ਟਾਂਤ ਹੈ। ਦ੍ਰਿਸ਼ਟਾਂਤ ਬਹੁਤ ਕੂਲੀ ਹੈ। ਬੇੜੀ ਕੁੰਡਲਾਂ ਵਾਲੀ ਨਹਿਰੀ ਧਾ ਮੱਲਾਵੇ। ਬੇੜੀ ਕੁੰਡਲਾਂ ਵਾਲੀ ਨਹਿਰੀ ਧਾ ਮੱਲਾਵੇ। ਜਾਣਾ ਪੱਤਣ ਪਾਰ ਕੁਝ ਬੇਲੀਆਂ ਨੇ, ਕਿ ਅੱਗੇ ਹੱਸਦੇ ਵਸਦੇ ਉਜੜੇ ਦਿਲ ਹੁਣ ਸਿਵੇ ਵਸਾਉਣੇ ਨੇ ਸਹੇਲੀਆਂ ਨੇ। ਹੰਝ ਡੁੱਲਦੇ ਨਾ ਵੇ ਚੇਤੇ ਭੁੱਲਦੇ ਨਾ ਵੇ, ਆਸਾਂ ਸਦਰਾਂ ਜਿੱਥੇ ਕਿੱਥੇ ਖੇਲੀਆਂ ਨੇ। ਰਾਜ ਮਾਣੇ ਬਥੇਰੇ ਤੂੰ ਸਿਫਰ ਸ਼ਾਇਰਾ, ਜ਼ਰਾ ਤਖਤ ਢਾਉਣੇ ਗੂੰਗੇ ਤੇਲੀਆਂ ਨੇ। ਸੀ ਦੂਰ ਵਸਦੀ ਵੇਖੀ ਕੂੰਜ ਹੱਸਦੀ ਵੇਖੀ ਵੇ, ਜ਼ਰਾ ਉਜੜੇ ਪੂਰ ਘੁਮਾ ਸਾਨੂੰ। ਹਾਂ ਅਸੀਂ ਵਿਛੜੇ ਨੀਰ ਮੁਹੱਬਤਾਂ ਦੇ, ਜ਼ਹਿਰੀ ਲੋਕ ਨੇ ਦੀਦ ਕਰਾ ਸਾਨੂੰ। ਉਹਨਾਂ ਵਾਸਤੇ ਅਸਾਂ ਕੀ ਕੀਤੇ ਗੁਨਾਹ, ਕਾਹਦੇ ਵੈਰ ਪਏ ਨੇ ਸੁਣਾ ਸਾਨੂੰ। ਅਸੀਂ ਪੁੱਛਣਾ ਚਾਹੁੰਦੇ ਹਾਂ ਸਿਫਰ ਸ਼ਾਇਰਾ, ਤੂੰ ਦੱਸਣ ਦੀ ਰਾਤ ਸੁਝਾ ਸਾਨੂੰ। ਵੇ ਹੁੰਜੋ ਕੱਖ ਕਾਨੇ ਉਹਨਾਂ ਰੱਕੜਾਂ ਦੇ, ਜਿੱਥੇ ਦਿੰਦੇ ਨੇ ਹਾਕਮ ਬਹਾਲ ਸਾਨੂੰ। ਲੋਕਾਂ ਸਾਵੇਂ ਬੋਲਣ ਨਖਿੱਧ ਬੰਦਾ, ਮੂਹਰੇ ਬੈਠ ਉਹ ਦੱਸਦੇ ਕਮਾਲ ਸਾਨੂੰ। ਵੇ ਹੁੰਜੋ ਕੱਖ ਕਾਨੇ ਉਹਨਾਂ ਰੱਕੜਾਂ ਦੇ, ਜਿੱਥੇ ਦਿੰਦੇ ਨੇ ਹਾਕਮ ਬਹਾਲ ਸਾਨੂੰ। ਲੋਕਾਂ ਸਾਵੇਂ ਬੋਲਣ ਨਖਿੱਧ ਬੰਦਾ, ਮੂਹਰੇ ਬੈਠ ਉਹ ਦੱਸਦੇ ਕਮਾਲ ਸਾਨੂੰ। ਵੱਡੀ ਖਾਂਦੇ ਜੋ ਆਪ ਤੇ ਹਰਾਮ ਕਰਦੇ, ਉਹ ਦੇਣਗੇ ਕਿੱਥੋਂ ਹਲਾਲ ਸਾਨੂੰ। ਐਨੀ ਗੱਲੋਂ ਆਖਾਂ ਸੁਣ ਸਿਫਰ ਸ਼ਾਇਰਾ, ਫਿੱਟੇ ਮੂੰਹ ਜੋ ਆਖਦਾ ਦਲਾਲ ਸਾਨੂੰ। ਉੱਚੀ ਚਾਨਣੀ ਤੇ ਛੱਜ ਟੰਗਿਆ ਏ, ਤੂੰ ਵੀ ਚੱਜ ਤੇ ਹਾਲ ਕਿਤੋਂ ਦੱਸ ਮੀਆਂ। ਉੱਚੀ ਚਾਨਣੀ ਤੇ ਛੱਜ ਟੰਗਿਆ ਏ, ਤੂੰ ਵੀ ਚੱਜ ਤੇ ਹਾਲ ਕਿਤੋਂ ਦੱਸ ਮੀਆਂ। ਤੇਰੇ ਦੀਨ ਈਮਾਨ ਕੁਰਬਾਨ ਹੋਏ ਵੇ, ਖੇਰੂ ਖੇਰੂ ਹੋਈ ਰਈਅਤ ਬੇਵਸ ਮੀਆਂ। ਤੇਰੇ ਸਾਹ ਵੀ ਹੌਲੀ ਹੌਲੀ ਮੁੱਕਣੇ, ਲੋਕੀ ਤਲੀਆਂ ਨੂੰ ਰੱਖਦੇ ਨੇ ਝੱਸ ਮੀਆਂ। ਰਾਤ ਗੁਜ਼ਰੀ ਗਮਗੀਨ ਸਿਫਰ ਸ਼ਾਇਰਾ, ਵੇ ਖੜੇ ਮੈਦਾਨੇ ਜੰਗੀ ਹੱਸ ਮੀਆਂ। ਹਿੰਦ ਦੇ ਨਿਜ਼ਾਮ ਵਿੱਚ ਵੱਜਣੇ ਸੁਨੇਹੇ, ਵੇ ਤੈਨੂੰ ਕਾਫਰਾਂ ਸੁਨੇਹਾ ਕੀ ਏ ਘੱਲਿਆ। ਪੁੱਛ ਪ੍ਰਤੀਤ ਤੇਰੀ ਨਿਭਣੀ ਉਹਨਾਂ 'ਚ, ਜਿਨ੍ਹਾਂ ਜ਼ਹਿਰ ਪੀ ਰਾਹ ਸੀਗਾ ਮੱਲਿਆ। ਇਹ ਨੂਰ ਗਾ ਰਹੀ ਹੈ। ਹਿੰਦ ਦੇ ਨਿਜ਼ਾਮ ਵਿੱਚ ਵੱਜਣੇ ਸੁਨੇਹੇ, ਤੈਨੂੰ ਕਾਫਰਾਂ ਸੁਨੇਹਾ ਕੀ ਏ ਘੱਲਿਆ। ਪੁੱਛ ਪ੍ਰਤੀਤ ਤੇਰੀ ਨਿਭਣੀ ਉਹਨਾਂ 'ਚ, ਜਿਨ੍ਹਾਂ ਜ਼ਹਿਰ ਪੀ ਰਾਹ ਸੀਗਾ ਮੱਲਿਆ। ਤੁਸਾਂ ਦੀ ਖੁਆਰੀ ਵਿੱਚ ਅਸਾਂ ਨੂੰ ਕੀ ਸਾਰ, ਤੁਸੀਂ ਮਰੋ ਜੀਵੋ ਡੁੱਬੋ ਤਰੋ ਸੋਹਣਿਓ। ਰੌਲਾ ਇੱਕੋ ਸਾਨੂੰ ਰਹਿਣਾ ਦੀਨ ਤੇ ਇਮਾਨੀ, ਪਾੜਾ ਸਰਹੱਦੀ ਹੋਰ ਵੱਧ ਚੱਲਿਆ। ਪਾਣੀਆਂ ਦੀ ਜੰਗ 'ਚ ਸ਼ਰਾਬ ਘੁਲਦੀ ਵੇ, ਬਾਣੀਏ ਵਿਆਜ 'ਚ ਮੁਨੀਮ ਖਾ ਗਏ। ਪੱਤਣ 'ਚ ਰੋੜ ਦਿੱਤੇ ਪੱਤਰੇ ਖੁਦਾ ਦੇ, ਸਾਡੇ ਮੁੰਡੇ ਸੀਗੇ ਚੰਦਰੇ ਵੇ ਫੀਮ ਖਾ ਗਏ। ਜੰਗਨਾਮਾ ਵੇਲਿਆਂ ਨੇ ਨਵਾਂ ਛੇੜਿਆ ਸੀ, ਅਖੇ ਖੁਦਾ ਨੂੰ ਖੁਦਾ ਦੇ ਨਾਲ ਭੇੜੀਏ। ਇੱਧਰ ਡਕਾਰਿਆ ਗਿਆ ਰਾਮ ਵੀ ਉਹਨਾਂ ਦਾ, ਉੱਧਰ ਵੀ ਸੁਣਿਆ ਰਹੀਮ ਖਾ ਗਏ। ਹੱਸਦੀ ਸੀ ਕਮਲੀ ਖੁਦਾ ਨੇ ਟੋਕ ਦਿੱਤੀ, ਅੱਜ ਸੁਣਿਆ ਖੁਦਾ ਵੀ ਰੋਵੇ ਹੱਸਣ ਲਈ। ਸੁਣਦੀ ਸੀ ਚੰਦਰੀ ਆਦਾਬਾਂ ਵਾਲੇ ਬੋਲ, ਹੁਣ ਤਰਸਦੀ ਦਿਲੀ ਦਾਵੇ ਦੱਸਣ ਲਈ। ਪੁੱਛਣਾ ਮੈਂ ਹੈ ਨਹੀਂ ਉਹਦੇ ਰਾਜ਼ ਤੋਂ ਮੈਂ ਜਾਣੂ, ਪਰ ਸਾਰ ਲੈਣੀ ਲੱਗਦੀ ਜ਼ਰੂਰੀ ਕਾਸ ਤੋਂ। ਵੱਜਦੇ ਦਮਾਮੇ ਸੁਣੀ ਸਿਫਰ ਨਵੀਸਾ, ਖੁੱਲੀ ਅੱਖ ਤੇਰੇ ਅੱਖਰ ਘੁੱਗ ਵਸਣ ਲਈ। ਜ਼ਹਿਮਤਾਂ ਵੀ ਰਹਿਮਤਾਂ ਦੇ ਵਾਂਗ ਮੰਗਦੇ, ਕਿੰਨੀ ਰੀਝ ਦੇ ਹਿਸਾਬ ਲੋਕੀ ਰੱਖਦੇ। ਸੋਚਦੇ ਤੇ ਲੋਚਦੇ ਚੈਨ ਤੇ ਆਰਾਮ, ਉੱਦਾਂ ਫੜ ਕੇ ਤੇਜ਼ਾਬ ਲੋਕੀ ਰੱਖਦੇ। ਛਿੱਲ ਦੇ ਖਰਿੰਡ ਉਹ ਜ਼ਖਮ ਵੀ ਕਰ ਆਪੇ, ਹਾਹਾਕਾਰ ਰੌਲਾ ਪਾ ਕੇ ਮਰ ਗਏ। ਮੌਲਾ ਕਿਹੜੀ ਦੁਆ ਨਾਲ ਮੰਗਾ ਮੈਂ ਰਹਿਮ, ਹੁਣ ਮੌਤ ਦੇ ਖੁਆਬ ਲੋਕੀ ਰੱਖਦੇ। ਇਹ ਹੋਂਦ ਵੀ ਹੋਣਾ ਮੰਜ਼ਰ ਹੈ, ਤਕਦੀਰ ਵੀ ਇਸ ਦੀ ਅੰਨੀ ਹੈ। ਇਹਨੇ ਗੁਨਾਹ ਕਬੂਲ ਕੀਤੇ ਨੇ, ਇਹਨੇ ਸੱਚ ਦੀ ਕੀਮਤ ਬੰਨੀ ਹੈ। ਇਹ ਸਰਹੱਦਾਂ ਵਿੱਚ ਘਿਰੀ ਹੋਈ ਤਹਿਜ਼ੀਬ ਹੈ ਵਹਿੰਦੇ ਵਹਿਣਾ ਦੀ। ਇਹ ਚੜੇ ਜਵਾਰ ਭਾਟਿਆਂ ਵਾਂਗ ਨਹੀਂ ਸੀਮਾ ਲੈਂਦਿਆਂ ਲੈਣਾ ਦੀ।
ਇੱਕ ਮੇਚ ਰੱਖੇ ਨਿਕ ਸੁੱਕ ਇਹਦੇ, ਮੰਨਾ ਖਿਲਰੇ ਪੱਤ ਫਿਜ਼ਾਵਾਂ ਨੂੰ। ਸ਼ਰਬਤ ਵੀ ਜ਼ਹਿਰਾਂ ਘੁਲੀ ਹੋਈ, ਕੀ ਦੇਣਾ ਉਲਾਂਭਾ ਹਵਾਵਾਂ ਨੂੰ। ਨਾ ਸੁਣਦੇ ਨਾ ਬੋਲਣ ਉਹ ਗੱਲਾਂ, ਜੋ ਸੁਣਦੇ ਨਾ ਬੋਲਣ ਉਹ ਗੱਲਾਂ। ਨਾ ਸਮਝਣ ਦੇ ਕਦੇ ਵਾਪਰੇ ਕਾਰੇ, ਇਹ ਔਕੜ ਬਣੀ ਸਿਫਰ ਨੂੰ ਵੀ, ਮੁੱਲ ਮਹਿੰਗੇ ਟਕਿਆਂ ਵਿੱਚ ਕਿੱਥੋਂ ਤਾਰੇ। ਇਹ ਗੱਲ ਮੁਸੀਬਤ ਵਰਗੀ ਹੈ, ਇਹਨੇ ਆਕੜ ਸਭ ਦੀ ਭੰਨੀ ਹੈ। ਇਹ ਹੋਂਦ ਵਿਹੂਣਾ ਮੰਜ਼ਰ ਹੈ, ਤਕਦੀਰ ਵੀ ਇਸ ਦੀ ਅੰਨੀ ਹੈ, ਤਕਦੀਰ ਵੀ ਇਸ ਦੀ ਅੰਨੀ ਹੈ। ਅੰਨੀ ਤਕਦੀਰ ਅਗਲੇ ਕਿਹੜੇ ਰਾਹ ਵੱਲ ਵੱਧਦੀ ਹੈ, ਜ਼ਰੂਰ ਜਾਣਾਂਗੇ ਅਗਲੇ ਐਪੀਸੋਡ ਵਿੱਚ। ਸੁਣਦੇ ਰਹੋ ਸਿਫਰਨਾਮਾ।